ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1369 ਤੇ ਹੇਠੋਂ ਚੌਥੀ ਪੰਕਤੀ ਹੈ 100 ਨੰਬਰ ਤੋਂ ਬਾਅਦ। ਕਬੀਰ ਮਨ ਮੂੰਡਿਆ ਨਹੀਂ, ਕੇਸ ਮੁੰਡਾਏ ਕਾਏ, ਜੋ ਕੁਛ ਕੀਆ ਸੋ ਮਨ ਕੀਆ, ਮੂੰਡਾ ਮੂੰਡ ਅਜਾਏ। ਮੁੰਡਿਆ ਭਾ ਮੁੰਨਿਆ, ਜਿਵੇਂ ਆਪਾਂ ਸਿਰ ਮੁੰਨ ਲੈਂਦੇ ਹਾਂ। ਕਬੀਰ ਸਾਹਿਬ ਕਹਿੰਦੇ ਵੀ ਮਨ ਤੇ ਮੁੰਨਿਆ ਨਹੀਂ, ਕੇਸ ਮੁੰਡਾਏ ਕਾਏ। ਕੇਸ ਮਨਵਾਉਣ ਕਿਉਂ ਮਨਾ ਰਹੇ ਬਈ? ਜਿਹੜੇ ਵਾਲ ਉਹ ਕਾਹਦੇ ਲਈ ਸਿਰ 'ਤੇ ਮਨਾ ਰਹੇ ਹੋ? ਮਨ ਤੇ ਮੁੰਨਿਆ ਨਹੀਂ ਹੈ। ਕਿਉਂ? ਜੋ ਕੁਛ ਕੀਆ ਸੋ ਮਨ ਕੀਆ। ਜਿਹੜਾ ਵੀ ਕੀਤਾ ਕੰਮ ਚੰਗਾ ਮੰਦਾ ਉਹ ਤੇ ਮਨ ਨੇ ਕਰਵਾਇਆ। ਮੂੰਡਾ ਮੂੰਡ ਅਜਾਏ। ਮੂੰਡਾ ਮੈਨੇ ਮੁੰਨ ਲਿਆ, ਮੂੰਡ ਮੈਨੇ ਸਿਰ, ਅਜਾਏ ਮੈਨੇ ਵਿਰਥ, ਅਤੇ ਸਿਰ ਵਿਰਥ ਹੀ ਮੁੰਨ ਲਿਆ। ਜਿਵੇਂ ਇੱਕ ਮੁੰਡਾ ਪੜ੍ਹਿਆ ਲਿਖਿਆ ਸਾਡਾ ਸਤਸੰਗੀ, ਉਂਝ ਹਿੰਦੂ ਵੀਰ ਹੈ, ਉਹਦਾ ਪਿਤਾ ਸਵਰਗਵਾਸ ਹੋ ਗਿਆ, ਪਤਾ ਨਹੀਂ ਦਾਦਾ ਹੋ ਗਿਆ, ਪਿਤਾ ਤਾਂ ਜਿਉਂਦਾ ਜੀ, ਦਾਦਾ ਹੋ ਗਿਆ। ਉਹਨੇ ਸਿਰ ਮਨਾਇਆ ਹੋਇਆ। ਮੈਨੂੰ ਕਿਹਾ ਸਿਰ ਕਿਉਂ ਮਨਾਇਆ ਤੂੰ? ਪਹਿਲਾਂ ਪਟੇ ਰੱਖੇ ਹੋਏ ਸੀ, ਫਿਰ ਕਿਉਂ ਮਨਾਇਆ? ਜੀ ਸਾਡਾ ਫਲਾਣਾ ਰਿਸ਼ਤੇਦਾਰ ਮਰ ਗਿਆ। ਮੈਂ ਕਿਹਾ ਵੀ ਵਾਲਾਂ ਨੇ ਮਾਰਿਆ ਉਸ ਨੂੰ? ਕੀ ਤੇਰੇ ਵਾਲਾਂ ਨੇ ਤੇਰੇ ਦਾਦੇ ਨੂੰ ਮਾਰਿਆ? ਜੇ ਤਾਂ ਵਾਲਾਂ ਨੇ ਮਾਰਿਆ ਹੋਵੇ ਫਿਰ ਤਾਂ ਠੀਕ, ਆਪਾਂ ਵਾਲਾਂ ਨੂੰ ਮਾਰ ਦਈਏ, ਬਦਲਾ ਲੈ ਲਿਆ ਜੀ। ਉਹ ਮਰ ਗਿਆ ਬਿਮਾਰੀ ਨਾਲ, ਤੇ ਤੂੰ ਵਾਲ ਮਨਾ ਲੈ। ਵਾਲਾਂ ਦਾ ਤਾਂ ਕੋਈ ਕਸੂਰ ਨਹੀਂ। ਮੈਂ ਦੇਖਿਆ ਮਨੁੱਖ ਕਈ ਵਾਰੀ ਵਿਅਰਥ ਦੇ ਕੰਮ ਕਰਦਾ ਰਹਿੰਦਾ ਹੈ, ਜਿਨ੍ਹਾਂ ਦੇ ਮਗਰ ਕੋਈ ਲੌਜਿਕ ਨਹੀਂ, ਕੋਈ ਤਰਕ ਨਹੀਂ। ਮੰਨ ਲਓ ਮੇਰਾ ਬਾਪ ਮਰ ਗਿਆ, ਮੈਂ ਸਿਰ ਦੇ ਵਾਲ ਮਨਾ ਲਾ, ਕੀ ਬਾਪ ਜਿਉਂਦਾ ਹੋ ਜਾਏਗਾ? ਕੀ ਮੇਰੇ ਵਾਲ ਮਨਾਉਣ ਨਾਲ ਮੇਰਾ ਬਾਪ ਜਿਉਂਦਾ ਹੋ ਜਾਏਗਾ? ਜਾਂ ਕੀ ਮੇਰੇ ਵਾਲਾਂ ਨੇ ਮੇਰੇ ਬਾਪ ਨੂੰ ਮਾਰਿਆ? ਕਬੀਰ ਸਾਹਿਬ ਕਹਿੰਦੇ ਜਿਹਦਾ ਕਸੂਰ ਹੈ ਉਹਨੂੰ ਤਾਂ ਤੁਸੀਂ ਸਜ਼ਾ ਨਹੀਂ ਦਿੰਦੇ, ਜਿਹਦਾ ਕਸੂਰ ਨਹੀਂ ਹੈ ਉਸ ਨੂੰ ਤੁਸੀਂ ਸਜ਼ਾ ਦੇ ਰਹੇ ਹੋ। ਕਬੀਰ ਮਨ ਮੁੰਡਿਆ ਨਹੀਂ, ਤੁਸੀਂ ਮਨ ਨੂੰ ਤਾਂ ਮੁੰਨਿਆ ਨਹੀਂ। ਕੇਸ ਮੁੰਡਾਏ ਕਾਏ, ਫਿਰ ਕੇਸ ਕਾਹਦੇ ਲਈ ਮਨਾਏ ਨੇ? ਜੋ ਕੁਛ ਕੀਆ ਸੋ ਮਨ ਕੀਆ। ਜੋ ਕੁਝ ਕੀਤਾ ਉਹ ਤੇ ਮਨ ਨੇ ਕੀਤਾ, ਸਰੀਰ ਨੇ ਤਾਂ ਕੀਤਾ ਹੀ ਨਹੀਂ। ਸਰੀਰ ਨੇ ਤਾਂ ਉਹੀ ਕੁਛ ਕਰਨਾ ਜੋ ਮਨ ਨੇ ਕਰਵਾਉਣਾ ਹੈ। ਕਸੂਰ ਮਨ ਦਾ ਹੈ, ਸਰੀਰ ਦਾ ਨਹੀਂ ਹੈ। ਪੁਰਾਣੇ ਜ਼ਮਾਨੇ 'ਚ ਅਗਿਆਨੀ ਸਨ ਭਗਤੀ ਕਰਨ ਵਾਲੇ ਲੋਕ, ਮੈਂ ਦੇਖਿਆ ਸਰੀਰ ਨੂੰ ਹੀ ਦੁੱਖ ਦੇਈ ਜਾ ਰਹੇ ਨੇ, ਕਰ ਭਗਤੀ ਰਹੇ ਨੇ, ਮਿਲਣਾ ਰੱਬ ਨੂੰ ਹੈ, ਭੁੱਖੇ ਮਰ ਰਹੇ ਨੇ। ਕੋਈ ਪੁੱਠਾ ਲਟਕਿਆ ਹੋਇਆ ਹੈ, ਕੋਈ ਇੱਕ ਲੱਤ ਤੇ ਖਲੋਤਾ, ਕੋਈ 100 ਘੜਾ ਠੰਡੇ ਪਾਣੀ ਦਾ ਸਿਰ 'ਤੇ ਪਾ ਰਿਹਾ ਹੈ, ਕੋਈ ਅੱਗ ਤਪਾ ਕੇ ਉਹਦੇ ਵਿੱਚ ਬੈਠਾ ਹੈ, ਕੋਈ ਨੰਗੇ ਸਰੀਰ ਬੈਠਾ, ਘਰ ਬਾਰ ਛੱਡ ਕੇ ਜੰਗਲਾਂ 'ਚ ਬੈਠਾ। ਵੀ ਭਲਿਓ ਮਾਨਸੋ, ਕੰਟਰੋਲ ਤੇ ਮਨ ਨੂੰ ਕਰਨਾ ਹੈ। ਤੁਸੀਂ ਸਰੀਰ ਨੂੰ ਦੁੱਖ ਦੇਈ ਜਾਂਦੇ ਹੋ। ਸਰੀਰ ਦਾ ਕੀ ਕਸੂਰ ਹੈ? ਸਿਮਰਨ ਤੇ ਮਨ ਨੇ ਕਰਨਾ। ਜੀਭ ਜਾਂ ਮੂੰਹ ਨੇ ਤਾਂ ਹਿੱਲਣਾ। ਜੀਭ ਸਿਮਰਨ ਨਹੀਂ ਕਰਦੀ। ਮੈਂ ਜੋ ਬੋਲ ਰਿਹਾ ਹਾਂ ਇਹ ਤਾਂ ਮੇਰਾ ਮਨ ਮੇਰੇ ਤੋਂ ਇਹ ਬੁਲਵਾ ਰਿਹਾ ਹੈ
ਆਪਣੇ ਆਪ ਸਰੀਰ ਥੋੜ੍ਹੇ ਬੋਲ ਰਿਹਾ। ਅਗਰ ਅਸੀਂ ਚੰਗੇ ਕੰਮ ਕਰਦੇ ਹਾਂ ਤਾਂ ਵੀ ਮਨ ਸਾਡੇ ਤੋਂ ਕਰਵਾਉਂਦਾ ਹੈ, ਮੰਦੇ ਕੰਮ ਕਰਦੇ ਹਾਂ ਤਾਂ ਵੀ ਮਨ ਕਰਵਾਉਂਦਾ ਹੈ। ਸਰੀਰ ਤੇ ਵਿਚਾਰਾ ਸਿਰਫ ਕਰਦਾ ਹੈ, ਜਿਵੇਂ ਮਨ ਕਹਿੰਦਾ ਉਵੇਂ ਸਰੀਰ ਕਰਦਾ ਹੈ। ਮਨ ਨੇ ਕਿਹਾ ਚਲੋ ਯਾਰ ਜਿਹੜਾ ਹੈ ਕਥਾ ਵਾਰਤਾ ਸੁਣੀਏ, ਬੰਦਾ ਕਥਾ ਵਾਰਤਾ ਸੁਣਨ ਲੱਗ ਪਿਆ। ਮਨ ਕਹਿੰਦਾ ਅੱਜ ਨਾ ਬਾਜ਼ਾਰ ਜਾਣਾ, ਇਹ ਤਾਂ ਸਵੇਰੇ ਵੀ ਸੁਣ ਲਾਂਗੇ, YouTube 'ਤੇ ਆ ਜਾਏਗੀ, ਸਵੇਰੇ ਸੁਣ ਲਾਂਗੇ। ਸਰੀਰ ਬਾਜ਼ਾਰ ਚਲਿਆ ਗਿਆ ਹੈ। ਸੋ ਜੋ ਕਸੂਰ ਹੈ ਜਾਂ ਜੋ ਗੁਣ ਹੈ, ਮੈਂ ਚੰਗੇ ਕੰਮ ਕਰ ਰਿਹਾ ਇਹ ਵੀ ਮੇਰੇ ਤੋਂ ਮਨ ਕਰਵਾ ਰਿਹਾ, ਜੇ ਮੈਂ ਕੋਈ ਮਾੜਾ ਕਰ ਰਿਹਾ ਉਹ ਵੀ ਮਨ ਕਰਵਾ ਰਿਹਾ ਹੈ। ਸਰੀਰ ਦਾ ਕੋਈ ਕਸੂਰ ਨਹੀਂ। ਸਰੀਰ ਵਿਚਾਰੇ ਤੋਂ ਇੰਝ ਹੀ ਕੁੱਟਿਆ ਜਾਂਦਾ। ਹੁਣ ਕਸੂਰ ਚੋਰੀ ਤੇ ਕਰਵਾਈ ਮਨ ਨੇ, ਕੁੱਟ ਪੈ ਰਹੀ ਸਰੀਰ ਨੂੰ। ਸਰੀਰ ਕਹਿੰਦਾ ਮੈਨੂੰ ਤੇ ਮਨ ਨੇ ਕਿਹਾ ਸੀ, ਜੇ ਮੰਨ ਲਓ ਮੇਰੀ ਕਿਸੇ ਨਾਲ ਦੁਸ਼ਮਣੀ ਹੈ, ਮੈਂ ਇੱਕ ਬੰਦੇ ਨੂੰ 5 ਲੱਖ ਰੁਪਏ ਦਿੰਦਾ ਵੀ ਇਹਨੂੰ ਮਾਰ ਦੇ, ਆ ਚੱਕ 5 ਲੱਖ, ਉਹ ਮਾਰ ਦਿੰਦਾ। ਉਹ ਫੜਿਆ ਗਿਆ ਹੈ, ਉਹਨੂੰ ਕੁੱਟ ਪਏਗੀ, ਤੂੰ ਨਹੀਂ ਕਿਉਂ ਮਾਰਿਆ? ਉਹ ਕਹੇ ਜੀ ਮੈਨੂੰ ਫਲਾਣੇ ਕਿਹਾ ਸੀ ਆ 5 ਲੱਖ ਲੈ ਲਾ, ਮਾਰ ਦੇ। ਮੈਂ ਉਹ 5 ਲੱਖ ਲਈ ਮਾਰ ਦਿੱਤਾ, ਉਹਨੇ ਮੈਨੂੰ ਕਿਹਾ ਸੀ ਉਹਨੂੰ ਫਲਾਣੇ ਆ ਜਾ ਵੀ ਤੂੰ ਇਹਨੂੰ ਮਾਰਨ ਲਈ ਕਿਹਾ ਨਾ, ਤਾਂ ਇਹਨੇ ਮਾਰਿਆ, ਤੂੰ ਵੀ ਆ ਜਾ। ਕਰਵਾ ਮੰਨ ਰਿਹਾ ਪਰ ਕੁੱਟ ਸਰੀਰ ਨੂੰ ਪੈ ਰਹੀ ਹੈ। ਸੋਚਣ ਵਾਲੀ ਗੱਲ ਹੈ। ਪੁਲਿਸ ਦਾ ਫਰਜ਼ ਬਣਦਾ ਹੈ ਮਨ ਨੂੰ ਕੁੱਟਣ, ਹੁਣ ਮਨ ਨੂੰ ਕੁੱਟ ਨਹੀਂ ਸਕਦੇ। ਉਹ ਕਹਿੰਦੇ ਚੋਰੀ ਸਰੀਰ ਨੇ ਕੀਤੀ ਹੈ। ਸਰੀਰ ਕਹਿੰਦਾ ਮੈਂ ਨਹੀਂ ਕੀਤੀ, ਇਹਦੇ ਮਨ ਨੇ ਮੇਰੇ ਤੋਂ ਕਰਵਾਈ ਹੈ। ਉਹ ਮਨ ਨੂੰ ਤਾਂ ਕੁੱਟਿਆ ਨਹੀਂ ਜਾ ਸਕਦਾ ਕਿਸੇ ਤਰ੍ਹਾਂ, ਸਰੀਰ ਨੂੰ ਕੁੱਟਦੇ ਨੇ। ਪਰ ਕਿਉਂਕਿ ਆਮ ਬੰਦੇ ਦਾ ਮਨ ਅਤੇ ਸਰੀਰ ਆਪਸ ਵਿੱਚ ਜੁੜੇ ਹੁੰਦੇ ਨੇ, ਇਸ ਜਦੋਂ ਸਰੀਰ ਨੂੰ ਕੁੱਟ ਪੈਂਦੀ ਨਾ, ਇਹ ਸਮਝੋ ਨਾਲ ਮਨ ਨੂੰ ਵੀ ਕੁੱਟ ਪੈ ਰਹੀ ਹੈ, ਇਹਨੂੰ ਵੀ ਕੁੱਟ ਪੈ ਰਹੀ ਹੈ, ਨਾਲ ਮਨ ਨੂੰ ਕੁੱਟ ਪੈਂਦੀ। ਅੱਛਾ ਅੱਗੇ ਤੋਂ ਐਂ ਕਰੇਗਾ, ਅੱਗੇ ਤੋਂ ਐਂ ਕਰਾਏਗਾ। ਜਦੋਂ ਬੰਦਾ ਬ੍ਰਹਮ ਗਿਆਨੀ ਹੁੰਦਾ, ਮਨ ਅਤੇ ਸਰੀਰ ਅੱਡ ਅੱਡ ਹੋ ਜਾਂਦੇ ਨੇ। ਮਨ ਅਤੇ ਸਰੀਰ ਅੱਡ ਅੱਡ ਹੋ ਜਾਂਦੇ ਹਨ। ਜਿਹਨੂੰ ਦੁੱਖ ਹੁੰਦੇ ਹੋਣਾ ਸੀ ਕੁੱਟਣ ਨਾਲ, ਉਹ ਅੱਡ ਹੋ ਗਿਆ। ਸਰੀਰ ਨੂੰ ਕੁੱਟੀ ਜੋ, ਇਸ ਨੂੰ ਕੋਈ ਫਰਕ ਨਹੀਂ ਪੈਂਦਾ। ਆਪਾਂ ਨੂੰ ਕੋਈ ਥੱਪੜ ਮਾਰਦਾ, ਡਾਂਗ ਮਾਰਦਾ, ਆਪਾਂ ਨੂੰ ਦੁੱਖ ਹੁੰਦਾ, ਕਿਉਂਕਿ ਸਾਡਾ ਮਨ ਅਤੇ ਸਰੀਰ ਆਪਸ ਵਿੱਚ ਜੁੜੇ ਹੋਏ ਹਨ। ਮਨ ਦੁਖੀ ਹੁੰਦਾ ਤਾਂ ਸਾਡਾ ਸਰੀਰ ਵੀ ਨਾਲ ਦੁਖੀ ਹੁੰਦਾ, ਅਤੇ ਜੇ ਸਰੀਰ ਦੁਖੀ ਹੁੰਦਾ ਤਾਂ ਸਾਡਾ ਮਨ ਵੀ ਨਾਲ ਦੁਖੀ ਹੁੰਦਾ, ਕਿਉਂਕਿ ਜੁੜੇ ਹੋਏ ਨੇ। ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹਦਾ ਸਰੀਰ ਅਤੇ ਮਨ ਅੱਡ ਅੱਡ ਹੋ ਜਾਂਦੇ ਨੇ। ਦੁੱਖ ਸੁੱਖ ਜੋ ਮਹਿਸੂਸ ਕਰਦਾ ਉਹ ਤਾਂ ਸਿਰਫ ਮਨ ਮਹਿਸੂਸ ਕਰਦਾ, ਸਰੀਰ ਨਹੀਂ ਕਰਦਾ। ਦੁੱਖ ਸੁੱਖ ਜਿਹੜਾ ਹੈ ਉਹ ਮਨ ਮਹਿਸੂਸ ਕਰਦਾ, ਸਰੀਰ ਨਹੀਂ ਕਰਦਾ। ਜਦੋਂ ਮਨ ਸਰੀਰ ਤੋਂ ਅੱਡ ਹੋ ਜਾਵੇ, ਸਰੀਰ ਨੂੰ ਵੱਢੀ ਜਾਓ, ਟੁੱਕੀ ਜਾਓ, ਕੋਈ ਦੁੱਖ ਨਹੀਂ ਹੁੰਦਾ, ਕੋਈ ਦੁੱਖ ਨਹੀਂ ਹੁੰਦਾ ਬੰਦੇ ਨੂੰ, ਕਿਉਂਕਿ ਜਿਹਨੇ ਦੁੱਖ ਮੰਨਣਾ ਸੀ ਉਹ ਸਰੀਰ ਤੋਂ ਅਲੱਗ ਹੈ, ਉਹ ਤਾਂ ਸਰੀਰ ਤੋਂ ਅਲੱਗ ਹੈ। ਉਦਾਹਰਨ ਦੇ ਤੌਰ 'ਤੇ ਤੁਸੀਂ ਕੱਚਾ ਨਾਰੀਅਲ ਲਓ, ਉਹਨੂੰ ਤੋੜੋ, ਕੀ ਹੋਏਗਾ? ਛਿੱਲੜ ਦੇ ਨਾਲ ਗਿਰੀ ਵੀ ਟੁੱਟ ਜਾਵੇਗੀ, ਕਿਉਂਕਿ ਗਿਰੀ ਅਤੇ ਛਿੱਲੜ ਆਪਸ ਵਿੱਚ ਜੁੜੇ ਹੋਏ ਹਨ। ਜਦੋਂ ਨਾਰੀਅਲ ਪੱਕ ਜਾਵੇਗਾ, ਫਿਰ ਤੁਸੀਂ ਨਾਰੀਅਲ ਨੂੰ ਤੋੜੋ, ਜਿਹੜਾ ਛਿੱਲੜ ਹੈ ਅੱਡ ਹੋ ਜਾਏਗੀ, ਗਿਰੀ ਸਾਬਤ ਦੀ ਸਾਬਤ ਅੰਦਰ ਰਹੇਗੀ, ਜਿਹਨੂੰ ਆਪਾਂ ਖੋਪਾ ਕਹਿੰਦੇ। ਕਿਉਂ?
ਛਿੱਲੜ ਤੋੜਨ ਨਾਲ ਗਿਰੀ ਨਹੀਂ ਟੁੱਟੀ, ਕਿਉਂਕਿ ਅੰਦਰੋਂ ਉਹ ਅੱਡ ਅੱਡ ਹੋ ਗਏ ਨੇ। ਤੁਸੀਂ ਸੱਟ ਮਾਰੀ ਛਿੱਲੜ ਤੇ, ਛਿੱਲੜ ਟੁੱਟ ਗਈ, ਗਿਰੀ ਸ਼ਬਦ ਦੀ ਸ਼ਬਦ ਰਹਿ ਗਈ। ਇਸੇ ਤਰ੍ਹਾਂ ਹੀ ਮਨ ਸਰੀਰ ਨਾਲ ਜੁੜਿਆ ਹੋਣ ਕਰਕੇ ਜਦੋਂ ਸਰੀਰ ਨੂੰ ਕੁੱਟ ਪੈਂਦੀ ਹੈ ਤਾਂ ਸਮਝੋ ਮਨ ਵੀ ਕੁੱਟ ਖਾ ਰਿਹਾ ਹੈ, ਅਤੇ ਜਦੋਂ ਮਨ ਨੂੰ ਕੋਈ ਦੁੱਖ ਹੁੰਦਾ ਤਾਂ ਸਰੀਰ ਵੀ ਦੁੱਖ ਮੰਨਦਾ ਹੈ। ਪਰ ਜਦੋਂ ਇਹ ਅੱਡ ਅੱਡ ਹੋ ਜਾਂਦੇ ਹਨ ਤਾਂ ਮਨ ਨੂੰ ਤਾਂ ਕੋਈ ਦੁੱਖ ਹੁਣ ਦੇ ਨਹੀਂ ਸਕਦਾ, ਕਿਉਂਕਿ ਅੰਦਰ ਹੈ, ਉਹ ਸਰੀਰ ਨਾਲੋਂ ਅੱਡ ਹੈ। ਇਸ ਲਈ ਸਰੀਰ ਨੂੰ ਚਾਹੇ ਧੁੱਪੇ ਰੱਖ ਦਿਓ ਤਾਂ ਵੀ ਗਰਮੀ ਨਹੀਂ ਲੱਗੇਗੀ, ਸਰਦੀਆਂ ਬਰਫ਼ ਦੇ ਉੱਤੇ ਰੱਖ ਦਿਓ ਤਾਂ ਵੀ ਕੁਛ ਨਹੀਂ ਉਹਨੂੰ ਹੋਵੇਗਾ, ਉਹਦੀ ਤੇ ਤੱਤੀ ਤੱਤੀ ਰੇਤ ਪਾਈ ਜਾਓ ਤਾਂ ਵੀ ਮਨ ਦੁਖੀ ਨਹੀਂ ਹੋਵੇਗਾ, ਕਿ ਮਨ ਤੇ ਅਲੱਗ ਹੈ। ਤੱਤੀ ਤਵੀ ਤੇ ਬਿਠਾ ਤੇ ਸਰੀਰ ਸੜ ਜਾਏਗਾ, ਮਨ ਨੂੰ ਕੁਛ ਨਹੀਂ ਹੁੰਦਾ, ਕਿਉਂਕਿ ਮਨ ਤੇ ਅਲੱਗ ਹੈ, ਮਨ ਅਲੱਗ ਹੈ। ਜਿੰਨਾ ਚਿਰ ਸਰੀਰ ਅਤੇ ਮਨ ਜੁੜੇ ਹੋਏ ਹਨ ਉਹਨਾਂ 'ਚ ਸਰੀਰ ਦਾ ਕੋਈ ਕਸੂਰ ਨਹੀਂ, ਇਹ ਸਾਰਾ ਕਸੂਰ ਮਨ ਦਾ ਹੁੰਦਾ ਹੈ। ਅਤੇ ਕਹਿੰਦੇ ਵੀ ਜੇ ਤੁਹਾਡੇ ਕੋਈ ਮਾੜਾ ਕੰਮ ਕਰਵਾਇਆ ਇਹ ਤਾਂ ਮਨ ਨੇ ਕਰਾਇਆ, ਅਤੇ ਤੁਸੀਂ ਸਿਰ ਕਿਉਂ ਮੰਨ ਰਹੇ ਹੋ? ਵਾਲਾਂ ਦੇ 'ਚ ਕੀ ਕਸੂਰ ਹੈ? ਵਾਲਾਂ ਦਾ ਕੀ ਕਸੂਰ ਹੈ? ਜਿਵੇਂ ਇੱਕ ਵਾਰੀ ਪਿਤਾ ਜੀ ਜਾ ਰਹੇ ਸੀਗਾ ਘਰ ਕਮਰੇ ਜੀ, ਉਹਨਾਂ ਦਾ ਗੋਡਾ ਮੰਜੇ ਦੇ ਪਾਵੇ ਨਾਲ ਵੱਜਿਆ। ਚਲੋ ਸੱਟ ਤੇ ਵੱਜਣੀ ਸੀ, ਬਾਪੂ ਜੀ ਮੰਜੇ ਨੂੰ ਲੱਤਾਂ ਮਾਰਨ ਨਾਲੇ ਗਾਲਾਂ ਕੱਢ ਰਹੇ ਨੇ। ਮੈਂ ਕੋਈ ਦੇਰ ਤਮਾਸ਼ਾ ਵੇਖਿਆ, ਫਿਰ ਮੈਂ ਪਿਤਾ ਜੀ ਨੂੰ ਕਿਹਾ, ਮੈਂ ਬਾਪੂ ਜੀ ਮੰਜਾ ਤੁਹਾਡੇ ਵਿੱਚ ਨਹੀਂ ਵੱਜਾ, ਜੇ ਤਾਂ ਮੰਜਾ ਉੱਡ ਕੇ ਤੁਹਾਡੇ ਵਿੱਚ ਵੱਜਦਾ ਤੁਸੀਂ ਮੰਜੇ ਨੂੰ ਗਾਲਾਂ ਕੱਢਦੇ ਕੁੱਟਦੇ ਠੀਕ ਸੀ, ਤੁਸੀਂ ਮੰਜੇ 'ਚ ਵੱਜੇ ਹੋ। ਤੁਸੀਂ ਆਪਣੇ ਆਪ ਨੂੰ ਗਾਲਾਂ ਨਹੀਂ ਕੱਢ ਰਹੇ, ਜਿਹਦਾ ਕਸੂਰ ਹੀ ਕੋਈ ਨਹੀਂ ਉਹਨੂੰ ਗਾਲਾਂ ਕੱਢ ਰਹੇ ਹੋ, ਉਹਨੂੰ ਲੱਤਾਂ ਮਾਰੀ ਜਾਂਦੇ। ਮੰਜਾ ਤਾਂ ਨਹੀਂ ਤੁਹਾਡੇ 'ਚ ਵੱਜਾ, ਤੁਹਾਡਾ ਗੋਡਾ ਮੰਜੇ 'ਚ ਵੱਜਾ, ਗੋਡੇ ਦਾ ਕੋਈ ਕਸੂਰ ਨਹੀਂ। ਗੋਡੇ ਨੂੰ ਕਿਹੜਾ ਦਿਸਦਾ? ਜੇ ਤਾਂ ਗੋਡੇ ਨੂੰ ਦਿਸਦਾ ਹੋਵੇ ਫਿਰ ਤਾਂ ਗੋਡੇ ਦਾ ਕਸੂਰ ਹੈ। ਉਹ ਤਾਂ ਤੁਸੀਂ ਬੇਧਿਆਨੇ ਹੋ ਗਏ, ਇਸ ਲਈ ਤੁਸੀਂ ਪਾਵੇ 'ਚ ਵੱਜੇ। ਕਸੂਰ ਤੁਹਾਡਾ ਹੈ, ਕਸੂਰ ਤੁਹਾਡੇ ਮਨ ਦਾ ਹੈ ਜਿਹੜਾ ਬੇਧਿਆਨਾ ਹੋ ਗਿਆ। ਚਲੋ ਉਹ ਮੇਰਾ ਸਤਿਕਾਰ ਕਰਦੇ ਸਨ ਬਚਪਨ ਤੋਂ ਹੀ, ਉਹਨੇ ਮੈਨੂੰ ਕੁਛ ਨਹੀਂ ਕਿਹਾ। ਦਿਲ 'ਚ ਤਾਂ ਕਹਿੰਦੇ ਹੋਣਗੇ ਮੁੰਡਾ ਬੋਲੀ ਜਾਂਦਾ ਉਹੀ, ਪਰ ਮੈਨੂੰ ਇਹ ਨਹੀਂ ਕਹਿੰਦੀ ਤਾਂ ਕਈ ਵਾਰੀ ਝਿੜਦੇ ਚੱਲ ਚੱਲ ਬੋਲੀ ਜਾਂਦਾ ਉਹੀ। ਉਹ ਚੁੱਪ ਰਹਿੰਦੇ ਸਨ, ਕਿਉਂਕਿ ਜੋਤਿਸ਼ੀ ਨੇ ਬਚਪਨ 'ਚ ਹੀ, ਜਦੋਂ ਮੈਂ ਬਹੁਤ ਬਚਪਨ 'ਚ ਇੱਕ ਪਹਿਲੀ ਜਮਾਤ ਪੜ੍ਹਦਾ ਸੀ, ਉਦੋਂ ਹੀ ਪਿਤਾ ਜੀ ਨੂੰ ਕਹਿ ਦਿੱਤਾ ਸੀ ਇਸ ਬੱਚੇ ਦਾ ਖਿਆਲ ਰੱਖਣਾ, ਇਹਨੇ ਵੱਡੇ ਹੋ ਕੇ ਨਾ ਭਜਨ ਬੰਦਗੀ ਕਰਨੀ ਤੁਹਾਡੇ ਪਰਿਵਾਰ 'ਚ, ਇਸ ਲਈ ਇਹਦਾ ਖਿਆਲ ਰੱਖਣਾ। ਇਸ ਲਈ ਉਹ ਜੋਤਿਸ਼ੀ ਅਤੇ ਪਿਤਾ ਜੀ ਦਾ ਬਹੁਤ ਜ਼ਿਆਦਾ ਵਿਸ਼ਵਾਸ ਸੀ, ਕਿਉਂਕਿ ਜੋਤਿਸ਼ੀ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਈ ਸੀ। ਉਹ ਕੋਈ ਪੱਤਰੀ ਨਹੀਂ ਸੀ ਵੇਖਦਾ, ਕੋਈ ਹੱਥ ਨਹੀਂ ਸੀ ਵੇਖਦਾ, ਬਸ ਬਿਨਾਂ ਦੇਖੇ ਵੀ ਦੱਸ ਦਿੰਦਾ ਹੁੰਦਾ ਸੀ। ਉਹ ਬੰਦੇ ਨੂੰ ਬਿਨਾਂ ਦੇਖੇ ਵੀ ਉਸ ਬਾਰੇ ਦੱਸ ਦਿਆ ਕਰਦਾ ਸੀ। ਇਸ ਲਈ ਮੈਨੂੰ ਕੁਛ ਨਹੀਂ ਸੀ ਕਹਿੰਦੇ, ਇਸ ਲਈ ਮੈਨੂੰ ਝਿੜਕਿਆ ਨਹੀਂ। ਪਰ ਮੈਂ ਸੋਚਿਆ ਬਈ ਕਸੂਰ ਮੰਜੇ ਦਾ ਨਹੀਂ ਹੈ ਵੀ ਇਹਨੂੰ ਮੰਜੇ ਨੂੰ ਗਾਲਾਂ ਕੱਢ ਲੱਤਾਂ ਮਾਰੀ ਜਾਂਦੇ ਨੇ, ਮੰਜਾ ਥੋੜ੍ਹੇ ਇਹਨਾਂ 'ਚ ਵੱਜੇ, ਇਹ ਇਹਨਾਂ ਦਾ ਗੋਡਾ ਮੰਜੇ ਵੱਜੇ, ਗੋਡਾ ਵੀ ਨਹੀਂ ਵੱਜਿਆ, ਇਹ ਬੇਧਿਆਨੇ ਹੋਏ ਤਾਂ ਜਾ ਕੇ ਉਸ ਦੇ ਵਿੱਚ ਵੱਜੇ। ਇਸ ਲਈ ਕਸੂਰ ਮੰਜੇ ਦਾ ਨਹੀਂ, ਕਸੂਰ ਤਾਂ ਆਪਣੇ ਮਨ ਦਾ ਹੈ। ਅਤੇ ਕਬੀਰ ਸਮਝਦੇ ਕਸੂਰ ਸਿਰ ਦੇ ਵਾਲਾਂ ਦਾ ਨਹੀਂ ਹੈ, ਕਸੂਰ ਤਾਂ ਮਨ ਦਾ ਹੈ। ਅਤੇ ਤੁਸੀਂ ਵਾਲਾਂ ਨੂੰ ਮੁੰਨੀ ਜਾਂਦੇ ਹੋ। ਵਾਲਾਂ ਨੂੰ ਮੁੰਨਣ ਨਾਲ ਕੀ ਹੈਗਾ? ਮੁੰਨਣਾ ਤਾਂ ਮਨ ਨੂੰ ਮੁੰਨੋ, ਮਨ ਨੂੰ ਸਮਝਾਓ, ਮਨ ਨੂੰ ਸਿੱਧਿਆਂ ਕਰੋ। ਸਿਰ ਮਨਾਉਣ ਦਾ ਕਿਆ ਫਾਇਦਾ ਹੈ? ਜਿਵੇਂ ਮੁੰਡੇ ਨੇ ਕਿਹਾ ਤੇਰਾ ਦਾਦਾ ਮਰ ਗਿਆ ਹੈ, ਤੇਰੇ ਵਾਲਾਂ ਨੇ ਮਾਰਿਆ ਉਹਨੂੰ, ਤੂੰ ਵਾਲ ਮਨਾਤੇ, ਤੂੰ ਵਾਲ ਮਨਾਤੇ, ਤੇਰੇ ਵਾਲਾਂ ਨੇ ਤਾਂ ਦਾਦਾ ਨਹੀਂ ਮਾਰਿਆ,
ਜਾਂ ਤੇਰੇ ਵਾਲ ਮਨਾਉਣ ਨਾਲ ਤੇਰਾ ਦਾਦਾ ਜਿਉਂਦਾ ਨਹੀਂ ਹੋ ਜਾਣਾ, ਨਾ ਉਹਦੀ ਗਤੀ ਹੋ ਜਾਣੀ ਹੈ। ਪਰ ਨਾ ਜਿਵੇਂ ਪਹਿਲਾਂ ਦਾ ਰਿਵਾਜ਼ ਚੱਲਿਆ ਰਿਹਾ, ਬਸ ਉਸ ਤਰ੍ਹਾਂ ਦੇ ਲੋਕ ਧੰਦ ਪਿੱਟੀ ਜਾਂਦੇ ਨੇ। ਸਾਰੀਆਂ ਕੌਮਾਂ ਨੂੰ ਮੈਂ ਦੇਖਿਆ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਚਾਹੀਦਾ, ਗਿਆਨ ਹੋਵੇ। ਫਜ਼ੂਲ ਦੀਆਂ ਸਭ ਚੀਜ਼ਾਂ ਛੱਡ ਜਾਣਗੇ, ਆ ਵਰਤ ਜਿਹੜੇ ਰੱਖਦੇ ਨੇ ਸਭ ਛੱਡ ਜਾਣਗੇ। ਕਿਸੇ ਵਰਤ ਦਾ ਕੋਈ ਫਾਇਦਾ ਹੀ ਨਹੀਂ ਹੈਗਾ, ਉਂਝ ਹੀ ਰੱਖੀ ਜਾਂਦੇ ਨੇ। ਸਿਰਫ ਇੰਨਾ ਫਾਇਦਾ ਵੀ ਉਹਦੇ 'ਚ ਰੋਟੀ ਰਾਟੀ ਨਾ ਖਾਧੀ, ਹਾਜ਼ਮਾ ਥੋੜ੍ਹਾ ਠੀਕ ਹੋ ਜਾਂਦਾ। ਸਰੀਰਕ ਤੌਰ 'ਤੇ ਤਾਂ ਕੋਈ ਲਾਭ ਹੋ ਸਕਦਾ ਵਰਤ, ਮਨ ਦਾ ਕੋਈ ਮਾਨਸਿਕ ਤੌਰ 'ਤੇ ਕੋਈ ਲਾਭ ਨਹੀਂ ਹੁੰਦਾ। ਆ ਸਰੋਵਰਾਂ 'ਚ ਨਹਾਈ ਜਾਓ, ਮਾਨਸਿਕ ਤੌਰ 'ਤੇ ਕੋਈ ਲਾਭ ਨਹੀਂ ਹੈ, ਸਰੀਰਕ ਤੌਰ 'ਤੇ ਹੋ ਸਕਦਾ। ਕਿਸੇ ਥਾਂ ਨੂੰ ਵਰ ਮਿਲਿਆ ਵੀ ਜੇ ਇੱਥੇ ਨਹਾਊਗਾ ਉਹਦੇ ਫੋੜੇ ਫਿਣਸੀਆਂ ਹਟ ਜਾਣਗੀਆਂ, ਉਹਦਾ ਫਲਾਣਾ ਹਟ ਜਾਊਗਾ, ਸਰੀਰ 'ਤੇ ਫਰਕ ਪੈ ਸਕਦਾ। ਨਹਾਉਣ ਨਾਲ ਮਨ ਨਹੀਂ ਬਦਲਿਆ ਕਰਦਾ। ਇਹ ਥੋੜ੍ਹਾ ਵੀ ਹਰਿਮੰਦਰ ਸਾਹਿਬ ਸਰੋਵਰ 'ਚ ਜਾ ਕੇ ਜਿਹੜਾ ਕੋਈ ਚੋਰ ਨਹਾ ਲੇਗਾ ਤਾਂ ਚੋਰੀ ਛੱਡ ਦੇਗਾ ਨਾ। ਮੈਂ ਬਥੇਰੀ ਦੁਨੀਆ ਨੂੰ ਜਾਣਦਾ, ਔਰ ਦਿਨ ਉਸੇ ਤਰ੍ਹਾਂ ਚੋਰੀਆਂ ਕਰਦੇ ਨੇ, ਉਸੇ ਤਰ੍ਹਾਂ ਮਿਲਾਵਟਾਂ ਕਰ ਰਹੇ ਹੁੰਦੇ ਨੇ, ਉਸੇ ਤਰ੍ਹਾਂ ਦਫ਼ਤਰਾਂ ਬਹਿ ਕੇ ਰਿਸ਼ਵਤਾਂ ਕਰਦੇ, ਉੱਥੇ ਨਹਾ ਵੀ ਰਹੇ ਨੇ, ਉੱਥੇ ਨਹਾ ਵੀ ਰਹੇ ਨੇ। ਪਟਿਆਲੋਂ ਜਾ ਕੇ ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕੀਤਾ, ਮੁੜ ਕੇ ਕੋਈ ਕੰਮ ਕੀਤਾ, ਫਿਰ 100 ਵਾਰੀ ਨਹਾ ਲਓ ਚਾਹੇ। ਤਾਂ ਇੱਕ ਦਿਨ ਸਾਧ ਭਲੇ ਅੰਨ ਨਹਾਤਿਆ, ਚੋਰ ਸੇ ਚੋਰਾ ਚੋਰ। ਸਾਧ ਨਹੀਂ ਵੀ ਨਹਾਏਗਾ ਤਾਂ ਵੀ ਸਾਧ ਹੀ ਹੈ, ਅਤੇ ਚੋਰ ਜੇ ਨਹਾਏਗਾ ਤਾਂ ਵੀ ਚੋਰ ਹੀ ਹੈ, ਕਿਉਂਕਿ ਉਹਨੇ ਚੋਰੀ ਤੋਂ ਹਟਣਾ ਹੀ ਨਹੀਂ, ਉਹਨੇ ਚੋਰੀ ਤੋਂ ਹਟਣਾ ਹੀ ਨਹੀਂ। ਇਸ ਲਈ ਚੋਰ ਦਾ, ਡਾਕੂ ਦਾ, ਲਟੇਰੇ ਦਾ, ਮਿਲਾਵਟਖੋਰ ਦਾ, ਰਿਸ਼ਵਤਖੋਰ ਦਾ, ਘਪਲੇਬਾਜ਼ ਦਾ, ਨਸ਼ਈਆਂ ਦਾ, ਬਲਾਤਕਾਰੀਆਂ ਦਾ ਨਹਾਉਣਾ ਫਜ਼ੂਲ ਹੈ। ਜੈਸੇ ਨਹਾਤੇ ਜੈਸੇ ਨਾ ਨਹਾਤੇ। ਹਾਥੀ ਨੂੰ ਨਹਾ ਦਿਓ, ਮੁੜ ਕੇ ਸੁੰਡ ਦੇ ਵਿੱਚ ਚਿੱਕੜ ਪਾ ਕੇ ਆਪਣੇ ਉੱਤੇ ਪਾ ਲੈਂਦਾ ਹੈ। ਹਾਂ, ਜੇ ਤਾਂ ਮੁੜ ਕੇ ਨਾ ਲਿਬੜੇ ਫਿਰ ਤਾਂ ਠੀਕ ਹੈ, 2-4 ਦਿਨ ਸਾਫ ਸੁਥਰਾ ਰਹੇਗਾ। ਗਧੇ ਨੂੰ ਨਹਾ ਲਓ, ਸੰਡ ਛਿੜਕ ਦਿਓ, ਮਿੱਟੀ ਲਿਬੜੇਗਾ, ਜੈਸਾ ਨਹਾਤਾ ਜੈਸਾ ਨਾ ਨਹਾਤਾ। ਸੋ ਸਜ਼ਾ ਉਸ ਨੂੰ ਦੇਣੀ ਚਾਹੀਦੀ, ਕਬੀਰ ਸਾਹਿਬ ਕਹਿੰਦੇ ਜਿਹਦਾ ਕਸੂਰ ਹੈ। ਕਸੂਰ ਦੇ ਮੰਨਦਾ ਅਤੇ ਸਜ਼ਾ ਤੁਸੀਂ ਵਾਲਾਂ ਨੂੰ ਦੇਈ ਜਾ ਰਹੇ, ਵਾਲਾਂ ਨੂੰ ਦੇਈ ਜਾ ਰਹੇ। ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ। ਮਨ ਨੂੰ ਤਾਂ ਮੁੰਨਿਆ ਨਹੀਂ ਹੈ, ਅਤੇ ਵਾਲ ਕਾਹਦੇ ਲਈ ਬਣਾਏ ਨੇ? ਜੋ ਕੁਛ ਕੀਆ ਸੋ ਮਨ ਕੀਆ, ਜੋ ਕੀਤਾ ਉਹ ਤਾਂ ਮਨ ਨੇ ਕੀਤਾ। ਮੁੰਡਾ ਮੂੰਡ ਅਜਾਏ, ਮੁੰਡਾ ਮੈਨੇ ਮੁੰਨਿਆ, ਮੂੰਡ ਮੈਨੇ ਸਿਰ, ਅਜਾਏ ਮੈਨੇ ਵਿਅਰਥ। ਸਿਰ ਵਿਅਰਥ ਹੀ ਮਨਾ ਲਿਆ, ਸਿਰ ਦੇ ਵਾਲ ਵਿਅਰਥ ਹੀ ਮਨਾ ਲਏ। ਕੀਤਾ ਕਰਾਇਆ ਉਹਦੇ ਮਨ ਨੇ। ਕਬੀਰ ਰਾਮ ਨਾ ਛੋੜੀਏ, ਤਨ ਤਨ ਜਾਏ ਤਾਂ ਜਾਓ। ਚਰਨ ਕਮਲ ਚਿਤ ਬੇਦਿਆ, ਰਾਮੈ ਨਾਮ ਸਮਾਓ। ਕਬੀਰ ਸਾਹਿਬ ਕਹਿੰਦੇ ਇਹ ਤਨ ਇਹ ਧਨ ਜਾਂਦਾ ਤਾਂ ਜਾਣ ਦਿਓ, ਪਰਮਾਤਮਾ ਦਾ ਨਾਮ ਨਹੀਂ ਛੱਡਣਾ। ਤਨ ਨਾਸ ਹੁੰਦਾ ਹੋ ਜਾਣ ਦਿਓ, ਧਨ ਬਰਬਾਦ ਹੋ ਗਿਆ ਹੋ ਜਾਣ ਦਿਓ, ਪਰ ਪਰਮਾਤਮਾ ਦਾ ਸਿਮਰਨ ਨਹੀਂ ਛੱਡਣਾ। ਇਹ ਕਰਨਾ ਹੀ ਕਰਨਾ। ਬਸ ਤੁਸੀਂ ਅਤੀ ਗਰੀਬ ਹੋ ਤਾਂ ਵੀ ਭਜਨ ਬੰਦਗੀ ਕਰਨੀ, ਤੁਸੀਂ ਬਿਮਾਰ ਹੋ ਤਾਂ ਵੀ ਭਜਨ ਬੰਦਗੀ ਕਰਨੀ, ਭਜਨ ਬੰਦਗੀ ਨਹੀਂ ਛੱਡਣੀ। ਕਹਿੰਦੇ ਤਨ ਜਾਂਦਾ ਜਾਣ ਦਿਓ, ਤਨ ਜਾਂਦਾ ਜਾਣ ਦਿਓ, ਰਾਮ ਨਾ ਛੋਡੀਏ, ਪਰਮਾਤਮਾ ਦਾ ਨਾਮ ਨਹੀਂ ਛੱਡਣਾ। ਚਰਨ ਕਮਲ ਚਿੱਤ ਬੇਦਿਆ, ਬੇਦਿਆਂ ਦਾ ਜੁੜ ਗਿਆ। ਜਿਹਦਾ ਚਿੱਤ, ਜਿਸ ਦਾ ਮਨ ਪਰਮਾਤਮਾ ਦੇ ਚਰਨਾਂ ਨਾਲ ਜੁੜ ਗਿਆ ਨਾ, ਰਾਮੈ ਨਾਮ ਸਮਾਓ। ਉਹ ਪਰਮਾਤਮਾ ਦੇ ਨਾਮ ਰਾਹੀਂ ਰਾਮੈ, ਰਾਮ ਦੇ ਵਿੱਚ ਸਮਾ ਜਾਵੇਗਾ, ਰਾਮ ਦੇ ਵਿੱਚ ਲੀਨ ਹੋ ਜਾਏਗਾ। ਆਪਣੇ ਮਨ ਨੂੰ ਪਰਮਾਤਮਾ ਦੀ ਯਾਦ ਵਿੱਚ ਜੋੜਦਾ। ਇੱਥੇ ਚਰਨ ਕਮਲ ਦਾ ਭਾਵ ਹੈ ਯਾਦ। ਜਿਹਦਾ ਮਨ ਪਰਮਾਤਮਾ ਦੀ ਯਾਦ ਵਿੱਚ, ਉਹਦੇ ਸਿਮਰਨ 'ਚ ਜੁੜ ਗਿਆ, ਉਸ ਨੇ ਉਸ ਨਾਮ ਦੇ ਰਾਹੀਂ ਹੀ ਇੱਕ ਦਿਨ ਰਾਮ ਪਰਮਾਤਮਾ ਦੇ ਵਿੱਚ ਲੀਨ ਹੋ ਜਾਣਾ ਹੈ, ਉਹਦੇ ਵਿੱਚ ਸਮਾ ਜਾਣਾ।
ਇਸ ਲਈ ਕਹਿੰਦੇ ਪ੍ਰਮਾਤਮਾ ਦਾ ਨਾਮ ਨਹੀਂ ਛੱਡਣਾ। ਬਾਕੀ ਕਿੰਨਾ ਹੀ ਭਾਵੇਂ ਨੁਕਸਾਨ ਹੋ ਜਾਏ, ਭਾਵੇਂ ਕਿੰਨੇ ਹੀ ਨੁਕਸਾਨ ਹੋ ਜਾਵੇ, ਸਰੀਰ ਦਾ, ਮਨ ਦਾ, ਧਨ ਦਾ, ਸਰੀਰ ਦਾ ਨੁਕਸਾਨ ਹੋ ਜਾਏ, ਧਨ ਦਾ ਨੁਕਸਾਨ ਹੋ ਜਾਏ, ਭਾਵੇਂ ਕਹਿੰਦੇ ਨਾਮ ਨਹੀਂ ਛੱਡਣਾ, ਨਾਮ ਜਪਣਾ ਹੀ ਜਪਣਾ। ਜਦੋਂ ਨਾਮ ਜਪਦੇ ਹਾਂ ਨਾਮ ਵਿੱਚ ਮਨ ਜੁੜ ਗਿਆ ਨਾ, ਫਿਰ ਕਹਿੰਦੇ ਇੱਕ ਦਿਨ ਇਸ ਨਾਮ ਦੇ ਰਾਹੀਂ ਹੀ ਇਹ ਜੀਵ ਰਾਮ ਦੇ ਵਿੱਚ ਸਮਾ ਜਾਵੇਗਾ, ਰਾਮ ਦੇ ਵਿੱਚ ਹੀ ਲੀਨ ਹੋ ਜਾਏਗਾ, ਪਰਮਾਤਮਾ 'ਚ ਲੀਨ ਹੋ ਜਾਏਗਾ। ਭਾਵ ਪਰਮਾਤਮਾ ਦਾ ਨਾਮ ਦੁੱਖ ਵਿੱਚ, ਸੁੱਖ ਵਿੱਚ, ਅਮੀਰੀ ਵਿੱਚ, ਗਰੀਬੀ ਵਿੱਚ ਜਪਣਾ ਹੀ ਜਪਣਾ, ਜਪਣਾ ਹੀ। ਭਾਈ ਸਾਹਿਬ ਦਾ ਇੱਕ ਦੋਸਤ ਸੀ, ਉਹਦੇ ਅੱਗੇ 3 ਸਾਲੇ ਸਨ। ਉਹਨੇ ਸਾਰੀ ਘਟਨਾ ਸੁਣਾਈ। ਕਹਿੰਦੇ ਮੇਰੇ 3 ਸਾਲਿਆਂ ਦੇ ਵਿੱਚੋਂ ਇੱਕ ਸਾਲਾ ਸਾਧ ਬਣ ਗਿਆ, ਘਰ-ਬਾਰ ਛੱਡ ਗਿਆ। 14 ਸਾਲ ਸਾਨੂੰ ਕੋਈ ਪਤਾ ਨਹੀਂ ਉਹ ਕਿੱਥੇ ਚਲਿਆ ਗਿਆ। 14 ਸਾਲਾਂ ਬਾਅਦ ਉਹ ਸਾਡੇ ਪਿੰਡ ਕੋਲੋਂ ਲੰਘ ਕੇ ਅੱਗੇ ਜਾਣ ਲੱਗਾ। ਕਹਿੰਦੇ ਮੇਰੇ ਸਾਲਿਆਂ ਦੇ ਪਿੰਡ, ਆਪਣੇ ਭਰਾਵਾਂ ਦੇ ਪਿੰਡ ਕੋਲੋਂ, ਭਾਵ ਆਪਣੇ ਪਿੰਡ ਕੋਲੋਂ ਲੰਘ ਕੇ ਅੱਗੇ ਜਾਣ ਲੱਗਾ। ਉਹਨੇ ਸੋਚਿਆ 14 ਸਾਲ ਹੋ ਗਏ ਨੇ, ਮੈਂ ਆਪਣੇ ਜਾਂਦਾ ਭਰਾਵਾਂ ਨੂੰ ਮਿਲ ਜਾ। ਉਹ ਭਰਾਵਾਂ ਕੋਲੇ ਇੱਕ ਦਿਨ ਰਿਹਾ। 2 ਜਿਹੜੇ ਭਰਾ ਸਨ, ਉਹਨਾਂ ਦੀ ਕਿਸੇ ਨਾਲ ਦੁਸ਼ਮਣੀ ਸੀ, ਉਹਨਾਂ ਦੀ ਹੋ ਗਈ ਲੜਾਈ। ਉਹਨਾਂ ਦੋਨਾਂ ਭਰਾਵਾਂ ਤੋਂ ਦੁਸ਼ਮਣ ਦਾ ਹੋ ਗਿਆ ਕਤਲ। ਇਹ ਲੜਨ 'ਚ ਨਹੀਂ ਸੀ ਸਾਧ, ਕਿਉਂਕਿ ਉਹ ਤਾਂ ਖੇਤ 'ਚ ਗਏ, ਖੇਤ 'ਚ ਲੜ ਪਏ, ਉੱਥੇ ਕਤਲ ਹੋ ਗਏ। ਉਹਨਾਂ ਨੇ 3 ਭਰਾਵਾਂ 'ਤੇ ਪਰਚਾ ਦੇ ਦਿੱਤਾ। ਇਹ ਸਾਧ ਵੀ ਮਾਰਨ ਦੇ ਵਿੱਚ ਸ਼ਾਮਲ ਸੀ। ਉਹ ਹਰ ਵਕਤ ਮਾਲਾ ਰੱਖਿਆ ਕਰਦਾ, ਮਨ ਕਹਿਣਾ ਵਾਹਿਗੁਰੂ ਵਰ ਜੋ ਵੀ ਕਰਦਾ ਰਹਿੰਦਾ ਸੀ। ਸਮਾਂ ਪਾ ਕੇ ਮੁਕੱਦਮੇ ਦਾ ਹੋਇਆ ਫੈਸਲਾ। ਜੱਜ ਨੇ 3 ਭਰਾਵਾਂ ਨੂੰ 20-20 ਸਾਲ ਦੀ ਸਜ਼ਾ ਕਰਤੀ। ਉਹ ਸਾਧ ਦੇ ਹੱਥੋਂ ਕੋਰਟ ਦੇ ਵਿੱਚ ਹੀ ਮਾਲਾ ਡਿੱਗ ਪਈ। ਵੀ 14 ਸਾਲ ਮਾਲਾ ਜਪਣ ਦਾ ਕਿਆ ਫਾਇਦਾ ਹੋਇਆ ਜਾਂ 20 ਸਾਲ ਦੀ ਸਜ਼ਾ ਹੋਣੀ ਸੀ। ਕਈ ਵਾਰੀ ਬੰਦਾ ਛੱਡ ਜਾਂਦਾ, ਉਹਨੂੰ ਇਹ ਗਿਆਨ ਹੀ ਨਾ ਰਿਹਾ ਕਿ ਤੈਨੂੰ ਸਜ਼ਾ ਹੋਣੀ ਸੀ, ਇਸ ਲਈ ਕੁਦਰਤ ਨੇ ਤੈਨੂੰ ਇੱਥੋਂ ਲੰਘਾਇਆ ਆਪਣੇ ਪਿੰਡ 'ਚੋਂ। ਤੇਰੇ ਮਨ 'ਚ ਆਇਆ, ਮੋਹ ਜਾਗ ਪਿਆ ਵੀ ਮੈਂ ਆਪਣੇ ਭਰਾਵਾਂ ਨੂੰ ਮਿਲ ਜਾ, ਕਿਉਂਕਿ ਤੈਨੂੰ 20 ਸਾਲ ਦੀ ਸਜ਼ਾ ਹੋਣੀ ਸੀ। ਫਿਰ ਕਾਰਨ ਤੇ ਕੋਈ ਬਣਨਾ ਸੀ ਨਾ, ਕਾਰਨ ਤੇ ਕੋਈ ਬਣਨਾ ਸੀ, ਤਾਂ ਹੀ ਸਜ਼ਾ ਹੁੰਦੀ। ਜੰਗਲ 'ਚ ਬੈਠੇ ਨੂੰ ਕੀ ਸਜ਼ਾ ਹੋਣੀ ਸੀ? ਕਾਰਨ ਬਣ ਗਿਆ। ਉਹ ਭਰਾ ਲੜ ਪਏ, ਦੁਸ਼ਮਣ ਨੇ ਉਹਦਾ ਨਾਮ ਹੀ ਲਿਖਾਤਾ ਵੀ ਇਹ ਵੀ ਸੀ, ਕਿਉਂਕਿ ਉੱਥੇ ਹੀ ਸੀ। ਇਹ ਤਾਂ ਕਹਿ ਨਹੀਂ ਸਕਦਾ ਮੈਂ ਤਾਂ ਇੱਥੇ ਹੈ ਹੀ ਨਹੀਂ ਸੀ, ਉੱਥੇ ਹੀ ਸੀ। ਪਰ ਉਹਨੇ ਉਸ ਤੋਂ ਬਾਅਦ ਨਾਮ ਜਪਣਾ ਬੰਦ ਕਰਤਾ। ਕਹਿੰਦਾ ਮੈਂ ਕੀ ਖੱਟਿਆ, ਮੈਂ 14 ਸਾਲ ਰਾਮ ਕਰਦਾ ਰਿਹਾ, ਮੈਨੂੰ 20 ਸਾਲ ਦੀ ਸਜ਼ਾ ਕਿ ਮੈਂ ਨਾਲੇ ਹਾਲਾਂਕਿ ਕਤਲ ਵੀ ਨਹੀਂ ਕੀਤਾ, ਕਤਲ ਵੀ ਨਹੀਂ ਕੀਤਾ। ਯਾਦ ਰੱਖੋ, ਜੇ ਅਸੀਂ ਕਸੂਰ ਨਹੀਂ ਵੀ ਕੀਤਾ, ਪਰ ਜਿਹੜੇ ਲੋਕ ਕਸੂਰਵਾਰ ਹਨ, ਅਗਰ ਅਸੀਂ ਉਹਨਾਂ ਦੀ ਸੰਗਤ ਕਰਦੇ ਹਾਂ ਤਾਂ ਅਸੀਂ ਵੀ ਡਿੱਕੇ 'ਚ ਆ ਜਾਵਾਂਗੇ ਵੀ ਤੂੰ ਵੀ ਨਾਲ ਹੀ ਸੀ, ਵੀ ਤੂੰ ਵੀ ਨਾਲ ਹੀ ਸੀ। ਜੱਜ ਨੇ ਕਿਹੜਾ ਉੱਥੇ ਆ ਕੇ ਵੇਖ, ਜੱਜ ਨੇ ਗਵਾਹਾਂ ਦੇ ਅਨੁਸਾਰ ਵੇਖਣਾ ਹੁੰਦਾ। ਗਵਾਹਾਂ ਨੇ ਠੋਕ ਕੇ ਗਵਾਹੀ ਦੇ ਦਿੱਤੀ ਵੀ ਹਾਂਜੀ ਇਹ ਵੀ ਲੜਨ 'ਚ ਸੀ। ਜਿਹੜੇ ਗਵਾਹ ਹੁੰਦੇ ਨੇ, ਇੱਕ ਹੁੰਦਾ ਚਸ਼ਮਦੀਦ ਗਵਾਹ, ਜਿਹਨੂੰ ਫਾਰਸੀ 'ਚ ਚਸ਼ਮਦੀਦ, ਜਿਨ੍ਹਾਂ ਦੇ ਸਾਹਮਣੇ ਸਾਰਾ ਕੁਝ ਵਾਪਰਿਆ ਹੋਵੇ, ਜਿਨ੍ਹਾਂ ਅੱਖਾਂ ਦੇ ਨਾਲ ਦੇਖਿਆ ਹੋਇਆ ਹੋਵੇ, ਉਹ ਕਹਿੰਦੇ ਹਾਂਜੀ ਇਹ ਵੀ ਮਾਰਨ 'ਚ ਸੀ, ਇਸ ਲਈ ਸਜ਼ਾ ਹੋ ਗਈ ਉਸਨੂੰ। ਉਹ ਤਾਂ ਭਾਗਾਂ 'ਚ ਲਿਖਿਆ ਸੀ ਵੀ ਤੈਨੂੰ 20 ਸਾਲ ਦੀ ਸਜ਼ਾ ਹੋਣੀ ਹੈ। ਉਹ ਆ ਗਿਆ ਸਮਾਂ, ਉਹ ਸਮਾਂ ਆ ਗਿਆ ਅਤੇ ਉਸ ਨੇ ਉਹ ਜਿਹੜਾ ਕਾਰਨ ਬਣਨਾ ਸੀ, ਜਿੰਨਾ ਸਬੱਬ ਬਣਨਾ ਸੀ, ਉਹਨੇ ਫਿਰ ਲਿਆਂਦਾ ਉੱਥੇ ਉਸਨੂੰ। ਉਹਦੇ ਅੰਦਰ ਮੋਹ ਜਾਗ ਪਿਆ ਵੀ ਮੈਂ ਮਿਲ ਚੱਲਾਂ। ਜੰਗਲਾਂ 'ਚ ਜਾਣ ਨਾਲ ਮੋਹ ਨਹੀਂ ਟੁੱਟਿਆ ਕਰਦਾ।
ਸੰਤ ਸੁਖਦੇਵ ਸਿੰਘਾਂ ਦੇ ਪਿਤਾ ਜੀ ਕਈ ਵਾਰੀ ਉਹਨਾਂ ਨੂੰ ਮਿਲਣ ਆ ਜਾ ਕਰਦੇ ਸੀ। ਕਹਿੰਦੇ ਪਿਤਾ ਜੀ ਤੁਸੀਂ ਰੋਜ਼ ਰੋਜ਼ ਨਾ ਮਿਲਣ ਆਇਆ ਕਰੋ, ਮੋਹ ਛੱਡੋ ਤੁਸੀਂ, ਮੈਂ ਘਰ-ਬਾਰ ਛੱਡ ਦਿੱਤਾ ਹੈ, ਹੁਣ ਤੁਸੀਂ ਆਉਂਦੇ ਹੋ ਮੇਰੇ 'ਚ ਐਵੇਂ ਮੋਹ ਦੁਬਾਰਾ ਜਾਗ ਪਏਗਾ। ਮੈਨੂੰ ਸਤਿਕਾਰ ਤੇ ਕਰਨਾ, ਮੇਰਾ ਪਿਤਾ ਆਇਆ, ਮੇਰਾ ਭਰਾ ਵੱਡਾ ਆਇਆ, ਜੋ ਕੁਛ ਵੀ ਹੈ, ਵੀ ਤੁਸੀਂ ਨਾ ਆਇਆ ਕਰੋ, ਤੁਸੀਂ ਘਰ ਰੱਖ ਕੇ ਭਜਨ ਬੰਦਗੀ ਕਰਿਆ ਕਰੋ। ਕਿਉਂਕਿ ਮਨੁੱਖ ਜੇ ਮੋਹ ਜਾਗ ਪਿਆ ਫਿਰ ਗੱਲ ਤਾਂ ਉੱਥੇ ਹੀ ਆ ਗਈ, ਫਿਰ ਘਰ-ਬਾਰ ਛੱਡਣ ਦਾ ਕਿਆ ਫਾਇਦਾ ਬਈ। ਸੋ ਇਸ ਲਈ ਕਬੀਰ ਸਾਹਿਬ ਕਹਿੰਦੇ ਨੇ ਤਨ ਜਾਓ ਧਨ ਜਾਓ, ਪਰਮਾਤਮਾ ਨਾਮ ਨਹੀਂ ਛੱਡਣਾ, ਰਾਮ ਨਾ ਛੋੜੀਏ, ਪਰਮਾਤਮਾ ਨਾਮ ਨਹੀਂ ਛੱਡਣਾ। ਪਰਮਾਤਮਾ ਨੇ ਹੁਣ 20 ਸਾਲ ਦੀ ਸਜ਼ਾ ਨਹੀਂ ਕੀਤੀ, ਉਹ ਤਾਂ ਪਿਛਲੇ ਜਨਮਾਂ ਦਾ ਉਹਦਾ ਹਿਸਾਬ ਕਿਤਾਬ ਰਹਿੰਦਾ ਸੀ। ਕਈ ਵਾਰੀ ਮੈਂ ਦੇਖਿਆ ਮਨੁੱਖ ਕਤਲ ਕਰਕੇ ਭੱਜ ਜਾਂਦਾ, ਉਹ ਪੁਲਿਸ ਦੇ ਕਾਬੂ ਨਹੀਂ ਆਉਂਦਾ। ਉਹ ਦੂਜਿਆਂ ਨੂੰ 20-20 ਸਾਲ ਦੀ ਸਜ਼ਾ ਹੋ ਗਈ ਫਰਜ਼ ਕਰੋ, ਪਰ ਉਹ ਭੱਜ ਗਿਆ ਸੀ, ਸਜ਼ਾ ਤੋਂ ਬਚ ਗਿਆ, ਜਾਏਗਾ ਕਿੱਥੇ? ਕਰਮ ਤੇ ਇੱਕ ਵਾਰੀ ਹੋ ਗਿਆ ਹੈ, ਕਰਮ ਦਾ ਫਲ ਤੇ ਮਿਲਣਾ ਹੀ ਮਿਲਣਾ, ਅਗਲੇ ਜਨਮ 'ਚ ਮਿਲੂਗਾ। ਹੁਣ ਉਹ ਤਾਂ ਮਿਲਣਾ ਹੀ ਮਿਲਣਾ, ਜਾਏਗਾ ਕਿੱਥੇ? ਜਾਏ ਤਾਂ ਜਾਏ ਕਹਾਂ। ਮਨੁੱਖ ਜਿੱਥੇ ਮਰਜ਼ੀ ਭੱਜ ਲੈ, ਜਿਹੜਾ ਇਹਨੇ ਇੱਕ ਵਾਰੀ ਕਰਮ ਕਰ ਲਿਆ ਉਹਦੀ ਸਜ਼ਾ ਤਾਂ ਇਸ ਨੂੰ ਮਿਲਣੀ ਹੀ ਮਿਲਣੀ, ਚਾਹੇ ਇਸ ਜਨਮ 'ਚ ਮਿਲੇ ਅਤੇ ਚਾਹੇ ਅਗਲੇ ਜਨਮ 'ਚ ਮਿਲੇ, ਉਹ ਤਾਂ ਮਿਲਣੀ ਹੀ ਮਿਲਣੀ। ਹਾਂ, ਅਗਲੇ ਜਨਮ 'ਚ ਉਹ ਭਜਨ ਸਤ ਸੰਗਤ ਕਰੇ, ਭਜਨ ਬੰਦਗੀ ਕਰੇ, ਤਾਂ ਉਹ ਜਿਹੜੀ ਸਜ਼ਾ 20 ਸਾਲ ਤੋਂ ਹੋ ਸਕਦਾ 20 ਦਿਨਾਂ ਦੀ ਰਹਿ ਜੇ, ਸਜ਼ਾ ਫਿਰ ਵੀ ਮਿਲੇਗੀ। 100% ਕਰਮ ਨਹੀਂ ਮਿਟਿਆ ਕਰਦਾ, ਕਰਮ ਦਾ ਥੋੜ੍ਹਾ ਜਿਹਾ ਹਿੱਸਾ ਜ਼ਰੂਰ ਰਹਿ ਜਾਂਦਾ ਹੈ। ਉਹ ਚਾਹੇ ਸੁਪਨੇ ਰਾਹੀਂ ਉਹ ਸਜ਼ਾ ਸੀ ਭੋਗੀਏ, ਅਤੇ ਜਾਂ ਉਹ 20 ਸਾਲ ਤੋਂ 20 ਦਿਨਾਂ ਦੀ ਸਜ਼ਾ ਰਹਿ ਜੇ, ਥੋੜ੍ਹੀ ਕਰਕੇ ਹੋ ਜੇ, ਭਜਨ ਬੰਦਗੀ ਕੀਤੀ, ਉਹ ਪਾਪ ਕਰਮ ਕੱਢਦਾ ਗਿਆ ਕੱਢਦਾ ਗਿਆ ਕੱਢਦਾ ਗਿਆ, ਉਹਦੀ ਸਜ਼ਾ ਘਟਦੀ ਗਈ ਘਟਦੀ ਗਈ ਘਟਦੀ ਗਈ। ਇਸ ਤਰ੍ਹਾਂ ਹੁੰਦਾ ਕਈ ਵਾਰੀ ਬੰਦਾ ਸੋਚਦਾ ਭੱਜ ਜਾਓ, ਉਹ ਕਰਮ ਤਾਂ ਹੁਣ ਹੋ ਗਿਆ ਹੈ, ਉਹ ਤਾਂ ਇਸ ਜਨਮ 'ਚ ਨਹੀਂ, ਅਗਲੇ ਜਨਮ ਫਲ ਤੇ ਭੋਗਣਾ ਪੈਣਾ। ਅੱਗੇ ਕਹਿੰਦੇ ਕਬੀਰ ਸਾਹਿਬ, ਕਬੀਰ ਜੋ ਹਮ ਜੰਤ ਬਜਾਵਤੇ, ਟੂਟ ਗਈ ਸਭ ਤਾਰ। ਗਈ ਹੁੰਦਾ ਤੇ ਇੱਕ ਵਚਨ ਸੀ, ਵੀ ਫਿਰ ਸਭ ਨਹੀਂ ਸੀ ਸ਼ਬਦ ਹੋਣਾ, ਟੂਟ ਗਈ ਤਾਰ ਹੋਣਾ ਸੀ। ਸਭ ਤਾਰ, ਸਾਰੀਆਂ ਤਾਰਾਂ ਟੁੱਟ ਗਈਆਂ। ਹੁਣ ਗਈ ਦਾ ਬਹੁ ਵਚਨ ਬਣਾਇਆ, ਬਿੰਦੀ ਲਾ ਕੇ ਗਈ, ਗਈ ਬਿੰਦੀ ਲਾ ਕੇ ਬਹੁ ਵਚਨ ਬਣਾਤੇ ਗਈਆਂ, ਅਰਥ ਹੋ ਗਿਆ ਗਈਆਂ। ਜੋ ਹਮ ਜੰਤ ਬਜਾਵਤੇ, ਟੂਟ ਗਈ ਸਭ ਤਾਰ। ਜੰਤ ਵਿਚਾਰਾ ਕਿਆ ਕਰੈ, ਚਲੇ ਬਜਾਵਨ ਹਾਰ। ਜੰਤ ਦਾ ਮਤਲਬ ਯੰਤਰ, ਜਿਵੇਂ ਵਾਜਾ ਆਪਾਂ ਵਜਾਉਂਦੇ ਹਾਂ, ਯੰਤਰ ਹੈ। ਜਿਹੜਾ ਕਹਿੰਦੇ ਅਸੀਂ ਯੰਤਰ ਵਜਾਉਂਦੇ ਸੀ, ਵਾਜਾ ਵਜਾਉਂਦੇ ਸੀ, ਉਹਦੀਆਂ ਸਾਰੀਆਂ ਤਾਰਾਂ ਟੁੱਟ ਗਈਆਂ, ਉਹਦੀਆਂ ਤਾਰਾਂ ਹੀ ਸਾਰੀਆਂ ਟੁੱਟ ਗਈਆਂ। ਜੰਤ ਵਿਚਾਰਾ ਕਿਆ ਕਰੇ, ਉਹ ਯੰਤਰ ਜਾਂ ਵਾਜਾ ਕੀ ਕਰੇਗਾ? ਚਲੇ ਬਜਾਵਨ ਹਾਰ, ਜਿਹੜੇ ਵਜਾਉਣ ਵਾਲੇ ਸੀ ਉਹੀ ਚਲੇ ਗਏ, ਉਹੀ ਚਲੇ। ਹੁਣ ਭਾਵ ਕੀ ਹੈ ਇੱਥੇ? ਮਨ ਹੈ, ਪਹਿਲਾਂ ਸੰਸਾਰ ਨਾਲ ਜੁੜਿਆ ਹੋਇਆ ਸੀ, ਸਮਾਂ ਆਇਆ ਮਨ ਬਦਲ ਕੇ ਪਰਮਾਤਮਾ ਨਾਲ ਜੁੜ ਗਿਆ। ਜਦੋਂ ਮਨ ਪਰਮਾਤਮਾ ਨਾਲ ਜੁੜਿਆ, ਸਰੀਰ ਨਾਲ ਉਹਦਾ ਮੋਹ ਖਤਮ ਹੋ ਗਿਆ। ਜੋ ਸਰੀਰ ਨਾਲ ਮੋਹ ਹੀ ਖਤਮ ਹੋ ਗਿਆ, ਤਾਂ ਜਿੰਨੇ ਮੋਹ ਦੀਆਂ ਤਾਰਾਂ ਸਨ ਉਹ ਸਾਰੀ ਟੁੱਟ ਗਈਆਂ। ਸਰੀਰ ਇੱਕ ਯੰਤਰ ਹੈ ਜਿਹਨੂੰ ਮਨ ਵਜਾਉਂਦਾ ਹੈ। ਸਰੀਰ ਨੂੰ ਕੌਣ ਵਜਾਉਂਦਾ? ਮਨ ਵਜਾਉਂਦਾ। ਪਹਿਲਾਂ ਤਾਂ ਸਰੀਰ ਨੂੰ ਵਜਾਉਂਦਾ ਸੀ, ਤਾਰਾਂ ਕਾਇਮ ਸਨ। ਹੁਣ ਮਨ ਸਰੀਰ ਨਾਲੋਂ ਹਟ ਕੇ ਪਰਮਾਤਮਾ ਨਾਲ ਜੁੜ ਗਿਆ ਹੈ।
ਇਸ ਲਈ ਜਿੰਨੀਆਂ ਮੋਹ ਦੀਆਂ ਤੰਦਾਂ ਸਨ, ਜਿੰਨੀਆਂ ਮੋਹ ਦੀਆਂ ਤਾਰਾਂ ਸਨ, ਉਹ ਸਾਰੀਆਂ ਹੀ ਟੁੱਟ ਗਈਆਂ। ਕਿਉਂ? ਜਿਹੜਾ ਵਜਾਉਣ ਵਾਲਾ ਸੀ ਉਹ ਚਲਿਆ ਗਿਆ, ਉਹ ਤਾਂ ਪਰਮਾਤਮਾ ਵਾਲੇ ਪਾਸੇ ਚਲਿਆ ਗਿਆ, ਹੁਣ ਸੰਸਾਰ ਵਾਲੇ ਪਾਸੇ ਰਿਹਾ ਹੀ ਨਹੀਂ ਉਹ। ਇਸ ਕਰਕੇ ਸੋ ਜਿੰਨਾ ਚਿਰ ਮਨ ਸਰੀਰ ਨਾਲ ਜੁੜਿਆ ਹੋਇਆ, ਉਹ ਸਰੀਰ ਤੋਂ ਪੁੱਠੇ ਸਿੱਧੇ ਕੰਮ ਕਰਵਾਉਂਦਾ ਰਹਿੰਦਾ। ਜਦੋਂ ਮਨ ਪਰਮਾਤਮਾ ਨਾਲ ਜੁੜ ਗਿਆ, ਫਿਰ ਕੋਈ ਪੁੱਠਾ ਕੰਮ ਹੋ ਹੀ ਨਹੀਂ ਸਕਦਾ, ਕਿਉਂਕਿ ਕਰਾਉਣਾ ਤਾਂ ਮਨ ਨੇ ਸੀ, ਮਨ ਪਰਮਾਤਮਾ ਨਾਲ ਜੁੜ ਗਿਆ ਹੈ। ਉਹਨੂੰ ਹੁਣ ਮਾੜੀ ਸੋਚ ਹੀ ਨਹੀਂ ਆਉਂਦੀ। ਮਾੜਾ ਕੰਮ ਕਰਨ ਤੋਂ ਪਹਿਲਾਂ ਮਾੜੀ ਸੋਚ ਆਇਆ ਕਰਦੇ ਹਮੇਸ਼ਾ। ਮੈਂ ਕਿਸੇ ਦਾ ਕਤਲ ਕਰਨਾ, ਪਹਿਲਾਂ ਕਤਲ ਕਰਨ ਦਾ ਵਿਚਾਰ ਆਵੇਗਾ ਅੰਦਰ। ਮੈਂ ਚੋਰੀ ਕਰਨੀ ਹੈ, ਪਹਿਲਾਂ ਮੇਰੇ ਅੰਦਰ ਚੋਰੀ ਦਾ ਵਿਚਾਰ ਆਵੇਗਾ। ਮੈਂ ਕਥਾ ਕਰਨੀ ਹੈ, ਮੇਰੇ ਅੰਦਰ ਕਥਾ ਦਾ ਵਿਚਾਰ ਆਵੇਗਾ। ਟਾਈਮ ਹੋ ਰਿਹਾ ਭਾਈ ਕਥਾ ਕੇ ਚੱਲ ਉੱਪਰ ਕਥਾ ਕਰਨੀ। ਪਹਿਲਾ ਵਿਚਾਰ ਹੁੰਦਾ, ਫਿਰ ਪ੍ਰੈਕਟੀਕਲ ਹੁੰਦਾ। ਹੁਣ ਜਿਵੇਂ ਕੋਈ ਥਿਊਰੀ ਸਿੱਖ ਲੈ, ਥਿਊਰੀ ਨੂੰ ਰੱਟਾ ਲਾ ਲੈ, ਪਰ ਜਿੰਨਾ ਚਿਰ ਪ੍ਰੈਕਟੀਕਲ ਨਹੀਂ ਕਰਦਾ, ਨਹੀਂ ਗੱਲ ਬਣਦੀ, ਨਹੀਂ ਗੱਲ ਬਣਦੀ। ਇਸ ਲਈ ਜਦੋਂ ਮਨ ਪਰਮਾਤਮਾ ਵਾਲੇ ਪਾਸੇ ਨੂੰ ਮੁੜ ਗਿਆ, ਇਹਦੇ ਅੰਦਰ ਮਾੜਾ ਖਿਆਲ ਹੀ ਨਹੀਂ ਆਉਣਾ। ਇਹਦਾ ਕਨੈਕਸ਼ਨ ਜਿਹੜਾ ਮੋਹ ਹੈ, ਉਹ ਸਰੀਰ ਨਾਲੋਂ ਟੁੱਟ ਜਾਣਾ ਹੈ। ਜਦੋਂ ਸਰੀਰ ਨਾਲ ਮੋਹ ਹੀ ਨਹੀਂ ਰਿਹਾ, ਫਿਰ ਸਰੀਰ ਨੇ ਮਾੜਾ ਆਪਣੇ ਆਪ ਥੋੜ੍ਹਾ ਕੋਈ ਕੰਮ ਕਰਨਾ। ਸਰੀਰ ਨੇ ਉਹ ਤਾਂ ਮਨ ਕਰਵਾਉਂਦਾ ਸੀ, ਚੋਰੀ ਕਰਵਾਉਂਦਾ ਸੀ, ਮਨ ਕਰਵਾਉਂਦਾ ਸੀ, ਡਾਕੇ ਮਰਵਾਉਂਦਾ, ਮਨ ਕਰਵਾਉਂਦਾ, ਮਿਲਾਵਟ ਕਰਵਾਉਂਦਾ, ਮਨ ਕਰਵਾਉਂਦਾ, ਨਸ਼ੇ ਕਰਵਾਉਂਦਾ, ਮਨ ਕਰਵਾਉਂਦਾ, ਬਲਾਤਕਾਰ ਕਰਵਾਉਂਦਾ, ਮਨ ਕਰਵਾਉਂਦਾ ਹੈ। ਸਤ ਸੰਗਤ ਤੁਹਾਨੂੰ ਲੈ ਮਨ ਲਿਆ ਹੈ, ਠੇਕੇ 'ਤੇ ਲੈ ਕੇ ਜਾਏਗਾ, ਮਨ ਲੈ ਕੇ ਜਾਏਗਾ, ਮਨ ਲੈ ਕੇ ਜਾਏਗਾ। ਸਰੀਰ ਤੇ ਵਿਚਾਰਾ ਉਹੀ ਕੁਛ ਕਰਦਾ ਜੋ ਮਨ ਕਹਿੰਦਾ ਹੈ। ਜਿੰਨਾ ਚਿਰ ਮਨ ਸਰੀਰ ਨਾਲ ਜੁੜਿਆ ਸੀ, ਇਹਦੀਆਂ ਤਾਰਾਂ, ਮੋਹ ਦੀਆਂ ਤਾਰਾਂ ਕਾਇਮ ਰਹੀਆਂ। ਜਦੋਂ ਮਨ ਨੇ ਸਰੀਰ ਦਾ ਮੋਹ ਛੱਡਤਾ, ਰੱਬ ਨਾਲ ਜੁੜ ਗਿਆ, ਇਹ ਮੋਹ ਰੂਪੀ ਤਾਰਾਂ ਟੁੱਟ ਗਈਆਂ। ਕਿਉਂਕਿ ਜਿਹੜਾ ਨੂੰ ਵਜਾਉਂਦਾ ਸੀ ਉਹੀ ਬਦਲ ਗਿਆ, ਉਹੀ ਬਦਲ ਗਿਆ। ਸੋ ਅਸੀਂ ਕੀ ਹਾਂ? ਜੋ ਸਾਡਾ ਮਨ ਹੈ। ਅਸੀਂ ਕੀ ਹਾਂ? ਜੋ ਸਾਡਾ ਮਨ ਹੈ। ਮਨ ਚੰਗਾ, ਅਸੀਂ ਚੰਗੇ ਹਾਂ। ਮਨ ਭੈੜਾ, ਅਸੀਂ ਭੈੜੇ ਹਾਂ। ਸਿੱਧਾ ਹਿਸਾਬ ਹੈ। ਜੇ ਮਨ ਚੰਗਾ, ਕਹਿੰਦੇ ਮਨ ਹੋਵੇ ਚੰਗਾ, ਕੁਠਾਲੀ ਵਿੱਚ ਗੰਗਾ। ਮਨ ਚੰਗਾ ਨਾ, ਗੰਗਾ 'ਤੇ ਜਾ ਕੇ ਇਸ਼ਨਾਨ ਕਰਨ ਦੀ ਲੋੜ ਨਹੀਂ। ਗੰਗਾ 'ਤੇ ਜਾ ਕੇ ਨਹਾਉਣ ਦਾ ਹਿੰਦੂ ਧਰਮ 'ਚ ਇਹ ਸੀ ਵੀ ਮਨ ਚੰਗਾ ਹੋ ਜੂ। ਜੇ ਤੁਹਾਡਾ ਮਨ ਪਹਿਲਾਂ ਹੀ ਚੰਗਾ, ਫਿਰ ਉੱਥੇ ਜਾਣ ਦੀ ਕੀ ਲੋੜ ਹੈ? ਇੰਨੇ ਕਿਲੋਮੀਟਰ ਜਾਓ ਤੁਰ ਕੇ। ਜਦੋਂ ਤੁਰ ਕੇ ਜਾਂਦੇ ਹੁੰਦੇ, ਕਈ ਦਿਨ ਲੱਗ ਜਾਂਦੇ ਜਾਣ 'ਤੇ। ਗੱਲ ਤਾਂ ਮਨ ਚੰਗਾ ਕਰਨ ਦੀ ਹੈ। ਮਨ ਚੰਗਾ, ਕਿਸੇ ਸਰੋਵਰ 'ਚ ਇਸ਼ਨਾਨ ਕਰਨ ਦੀ ਲੋੜ ਨਹੀਂ, ਕਿਸੇ ਤੀਰਥ ਸਥਾਨ 'ਤੇ ਜਾਣ ਦੀ ਲੋੜ ਨਹੀਂ। ਮਨ ਚੰਗਾ, ਜਿੱਥੇ ਤੁਸੀਂ ਉੱਥੇ ਤੁਹਾਨੂੰ ਰੱਬ ਮਿਲ ਜਾਣਾ, ਗੁਰੂ ਵੀ ਮਿਲ ਜਾਣਾ। ਗੁਰੂ ਮਹਾਰਾਜ ਨੇ ਆਪ ਹੀ ਤੁਹਾਨੂੰ ਮਿਲਣ ਆ ਜਾਣਾ ਜਦੋਂ ਮਨ ਚੰਗਾ ਹੋ ਗਿਆ। ਇਹੀ ਨਹੀਂ ਚੰਗਾ ਹੁੰਦਾ। ਕਈ ਵਾਰੀ ਸਾਰੀ ਉਮਰ ਭਜਨ ਬੰਦਗੀ ਕਰਦੇ ਲੰਘ ਜਾਂਦੀ ਹੈ, ਮਨ ਗੁਰਬਾਣੀ ਅਨੁਸਾਰ ਚੰਗਾ ਹੀ ਨਹੀਂ ਹੁੰਦਾ। ਇਹ ਭੈੜਾ ਹੀ ਰਹਿੰਦਾ, ਇਸ ਲਈ ਰੱਬ ਮਿਲਦਾ ਨਹੀਂ ਹੈ। ਉਹ ਕਹਿੰਦੇ ਤੇਰਾ ਮਨ ਮੈਲਾ ਹੈ। ਮੈਂ ਮੈਲੀ ਥਾਂ 'ਤੇ ਨਹੀਂ ਰਹਿੰਦਾ, ਰੱਬ ਰੂੜੀਆਂ 'ਤੇ ਨਹੀਂ ਰਹਿੰਦਾ। ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚੁਗਲੀ, ਨਿੰਦਿਆ, ਈਰਖਾ, ਬਖੀਲੀ ਦੀ ਬੜੀ ਵੱਡੀ ਰੂੜੀ ਲੱਗੀ ਹੋਈ ਹੈ। ਹੁਣ ਉਹ 'ਤੇ ਰੱਬ ਥੋੜ੍ਹੇ ਰਹੇਗਾ। ਉਹ 'ਤੇ ਰਹਿੰਦਾ। ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਹੋ ਅਤੇ ਜਿਨ੍ਹਾਂ ਨੇ ਕਦੇ ਰੂੜੀ ਖੇਤਾਂ 'ਚ ਪਾਈ ਹੈ, ਉਹਨਾਂ ਨੂੰ ਗਿਆਨ ਹੈ। ਜਦੋਂ ਤੁਸੀਂ ਸਾਰੀ ਰੂੜੀ ਜਿੱਥੇ ਤੁਸੀਂ ਢੇਰ ਲਾਇਆ ਸੀ ਚੱਕ ਲਓ, ਸਾਰੀ ਖੇਤ 'ਚ ਪਾ ਦਿਓ, ਪਰ ਜਿੱਥੇ ਰੂੜੀ ਪਈ ਸੀ ਨਾ, ਉੱਥੇ ਖਲੋਵੋ ਤਾਂ ਵੀ ਬਦਬੂ ਆਉਂਦੀ ਹੈ। ਕਿਉਂਕਿ ਇੱਥੇ ਰੂੜੀ ਸੀ ਪਹਿਲਾਂ, ਉਹਦੀ ਬਦਬੂ ਧਰਤੀ ਦੇ ਵਿੱਚ ਚਲੀ ਗਈ ਹੈ। ਉਹ ਅਜੇ ਨਹੀਂ ਦੂਰ ਹੋਈ। ਉਹਨੂੰ ਹੋਰ ਖੁਰਚਣਾ ਪਏਗਾ। ਖੁਰਚਦੇ ਰਹੋ, ਖੁਰਚਦੇ ਰਹੋ। ਜਿੰਨੀ ਰੂੜੀ ਦੀ ਕਾਲਖ ਸੀ, ਜਦੋਂ ਸਾਰੀ ਲੈ ਜਾਏਗੀ, ਹੇਠੋਂ ਮਿੱਟੀ ਨਿਕਲ ਆਵੇਗੀ ਸਾਫ਼, ਫਿਰ ਬਦਬੂ ਹਟੇਗੀ।
ਕਈ ਵਾਰੀ ਅਸੀਂ ਸਾਰੀਆਂ ਬੁਰਾਈਆਂ ਛੱਡ ਦਿੰਦੇ ਹਾਂ, ਪਰ ਉਹ ਜੋ ਪਹਿਲਾਂ ਬੁਰਾਈਆਂ ਦੀ ਗੰਦਗੀ ਲੱਗ ਗਈ ਹੈ, ਮਨ ਨੂੰ ਮੈਲ ਲੱਗ ਗਈ ਹੈ, ਉਹਨੂੰ ਸਾਫ਼ ਕਰਦੇ ਬੜੇ ਸਾਲ ਲੱਗ ਜਾਂਦੇ ਨੇ। ਬੁਰਾਈ ਛੱਡਣ ਤੋਂ ਬਾਅਦ ਵੀ ਉਸ ਬੁਰਾਈ ਦੀ ਮੈਲ ਨੂੰ ਸਾਫ਼ ਕਰਨ ਲਈ ਵੀ ਬੜਾ ਸਮਾਂ ਲੱਗਦਾ। ਸਿਮਰਨ ਕਰ ਕਰਕੇ, ਬਾਣੀ ਪੜ੍ਹ ਪੜ੍ਹ ਕੇ, ਸਾਤਸੰਗ ਕਰ ਕਰਕੇ ਕਿਤੇ ਜਾ ਕੇ ਉਹ ਮੈਲ ਸਾਫ਼ ਹੁੰਦੀ ਹੈ। ਅਤੇ ਜਦੋਂ ਸਾਰੀ ਮਨ ਦੀ ਮੈਲ ਸਾਫ਼ ਹੋ ਜਾਂਦੀ, ਪਰਮਾਤਮਾ ਆਪੇ ਹੀ ਪ੍ਰਗਟ ਹੋ ਜਾਂਦਾ। ਤੁਹਾਨੂੰ ਕਿਸੇ ਗੁਰਦੁਆਰੇ ਮੰਦਰ ਕਿਤੇ ਜਾਣ ਦੀ ਲੋੜ ਨਹੀਂ ਪਏਗੀ। ਅੱਜ ਜਿੰਨੇ ਭਗਤ ਨੇ, ਕਿਸੇ ਨੇ ਇਹਨੂੰ ਮੰਦਰ 'ਚ ਨਹੀਂ ਵੜਨ ਦਿੱਤਾ। ਉਦੋਂ ਗੁਰਦੁਆਰੇ ਤਾਂ ਹੁੰਦੇ ਹੀ ਨਹੀਂ ਸਨ, ਕਿਸੇ ਨੇ ਉਹਨੂੰ ਮੰਦਰ 'ਚ ਨਹੀਂ ਵੜਨ ਦਿੱਤਾ। ਇਹਨਾਂ ਨੂੰ ਘਰ ਬੈਠੇ ਪ੍ਰਾਪਤੀ ਹੋ ਗਈ ਨਾ। ਇਹ ਨਹੀਂ ਕਿ ਮੰਦਰ ਜਾ ਕੇ ਹੋਈ, ਮੰਦਰ ਤੇ ਵੜਨ ਨਹੀਂ ਦਿੱਤਾ। ਨਾਮਦੇਵ ਜੀ ਇੱਕ ਦਿਨ ਭੁਲੇਖੇ ਨੇ ਚਲੇ ਗਏ, ਅਗਲੇ ਧੱਕੇ ਮਾਰ ਕੇ ਬਾਹਰ ਕੱਢਤਾ, ਧੱਕੇ ਮਾਰ ਕੇ ਬਾਹਰ ਕੱਢਤਾ ਅਗਲੇ ਨੇ। ਫਿਰ ਇਹਨਾਂ ਨੂੰ ਕਿੱਥੋਂ ਪ੍ਰਾਪਤੀ ਹੋਈ? ਸੋਚਣ ਵਾਲੀ ਗੱਲ ਹੈ। ਜੇ ਮੰਦਰ 'ਚ ਵੀ ਪ੍ਰਾਪਤੀ ਹੁੰਦੀ ਤਾਂ ਫਿਰ ਤਾਂ ਕਦੇ ਵੀ ਵਿਚਾਰਿਆਂ ਨੂੰ ਰੱਬ ਦੀ ਪ੍ਰਾਪਤੀ ਨਹੀਂ ਸੀ ਹੋਣੀ। ਰੱਬ ਮੰਦਰਾਂ ਗੁਰਦੁਆਰਿਆਂ 'ਚ ਨਹੀਂ ਨਿਰਾ ਬੈਠਾ ਹੋਇਆ, ਰੱਬ ਤਾਂ ਸਭ ਥਾਂ 'ਤੇ ਹੈ। ਐਸੀ ਕੋਈ ਥਾਂ ਨਹੀਂ ਜਿੱਥੇ ਰੱਬ ਨਹੀਂ ਹੈ। ਤਾਂ ਹੀ ਕਹੇ ਜਿੱਥੇ ਹਰ ਅਰਾਧੀਐ ਤਿੱਥੇ ਹਰ ਮਿੱਤ ਸਹਾਈ। ਜਿੱਥੇ ਵੀ ਤੁਸੀਂ ਪਰਮਾਤਮਾ ਨੂੰ ਯਾਦ ਕਰੋਗੇ, ਚਾਹੇ ਘਰ 'ਚ ਹੋ, ਚਾਹੇ ਬਾਹਰ ਹੋ, ਚਾਹੇ ਜੰਗਲ 'ਚ ਹੋ, ਚਾਹੇ ਮੈਦਾਨ 'ਚ ਹੋ, ਚਾਹੇ ਪਹਾੜ 'ਚ ਹੋ, ਕਿਤੇ ਵੀ ਤੁਸੀਂ ਹੋ, ਜਿੱਥੇ ਵੀ ਤੁਸੀਂ ਰੱਬ ਨੂੰ ਸੱਚੇ ਦਿਲੋਂ ਯਾਦ ਕਰੋਗੇ, ਕਹਿੰਦੇ ਰੱਬ ਤੁਹਾਡਾ ਮਿੱਤਰ ਬਣ ਕੇ ਤੁਹਾਡੀ ਸਹਾਇਤਾ ਕਰੇਗਾ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਉੱਥੇ ਹਰੀ ਮਿੱਤਰ ਬਣ ਕੇ ਸਹਾਇਤਾ ਕਰਦਾ ਹੈ, ਪਰ ਉਹਨੂੰ ਅਰਾਧਦਾ ਹੀ ਕੋਈ ਨਹੀਂ ਹੈ। ਅਰਾਧਨੀ ਬਹੁਤ ਘੱਟ ਲੋਕ ਕਰਦੇ ਹਨ। ਜਿਹੜੇ ਕਰਦੇ ਨੇ ਫਿਰ ਪਰਮਾਤਮਾ ਦੀ ਹਰ ਥਾਂ 'ਤੇ ਸਹਾਇਤਾ ਕਰਦਾ ਹੈ। ਸੋ ਇਸ ਲਈ ਕਬੀਰ ਸਾਹਿਬ ਸਮਝਾ ਰਹੇ ਨੇ ਕਿ ਜਦੋਂ ਸਰੀਰਕ ਮੋਹ ਟੁੱਟ ਗਿਆ, ਰੱਬ ਨਾਲ ਮਨ ਜੁੜ ਗਿਆ ਹੈ, ਫਿਰ ਇਹ ਮੋਹ ਦੀਆਂ ਤੰਦਾਂ ਆਪੇ ਖਤਮ ਹੋ ਜਾਂਦੀਆਂ ਨੇ। ਇਹ ਮੋਹ ਰੂਪੀ ਵਾਜਾ ਵੱਜਣੋਂ ਹਟ ਜਾਂਦਾ ਹੈ। ਕਬੀਰ ਮਾਏ ਮੁੰਡੋ ਤੇ ਗੁਰੂ ਕੀ, ਜਾਤੇ ਭਰਮ ਨਾ ਜਾਏ। ਆਪ ਡੁੱਬੇ ਚਹੁੰ ਵੇਦ ਮੈਂ, ਚੇਲੇ ਦੀਏ ਬਹਾਏ। ਕਿਉਂ? ਜਦੋਂ ਗਿਣਤੀ ਦੱਸਦਾ ਨਾ, ਕੋਈ ਸ਼ਬਦ ਹੈ, ਹਾਹੇ ਨੂੰ ਔਂਕੜ ਲੱਗੀ ਹੈ ਜਾਂ ਦਲੈਂਕ ਲੱਗੇ ਨੇ, ਅਤੇ ਉਹ ਸ਼ਬਦ ਗਿਣਤੀ ਦੱਸਦਾ ਹੋਵੇ ਤਾਂ ਹਾਹੇ 'ਤੇ ਟਿੱਪੀ ਲਾ ਕੇ ਬੋਲਣੀ ਹੈ। ਜਿਵੇਂ ਦੋ, ਤਿਉਂ, ਚੌਂ। ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਕੰਨ ਮੋਢੇ ਨੂੰ ਕਹਿੰਦੇ ਨੇ। ਦੇਖੋ ਬੰਦਾ ਚਾਰ ਬੰਦਿਆਂ ਦੇ ਮੋਢੇ 'ਤੇ ਬੈਠ ਕੇ ਜਾ ਰਿਹਾ ਹੈ। ਕਿਉਂ? ਜਿਹੜਾ ਸ਼ਬਦ ਗਿਣਤੀ ਦੱਸੇ, ਹਾਹੇ ਨੂੰ ਹੇਠਾਂ ਔਂਕੜ ਜਾਂ ਦਲੈਂਕੜ ਲੱਗੇ ਹੋਣ, ਅਤੇ ਉਹ ਸ਼ਬਦ ਗਿਣਤੀ ਦੱਸੇ, ਉਸ 'ਤੇ ਟਿੱਪੀ ਲਾ ਕੇ ਬੋਲਣਾ। ਇਸ ਲਈ ਚੌ ਨਹੀਂ ਪੜ੍ਹਨਾ, ਆ ਡੁੱਬੇ ਚੌ ਵੇਦ ਮੈਂ। ਚੌ ਨਹੀਂ ਪੜ੍ਹਨਾ, ਚੌਂ ਚਾਰ ਚੇਲੇ ਦੀਏ ਬਹਾਏ। ਕਬੀਰ ਸਾਹਿਬ ਕਹਿੰਦੇ ਮਾਏ ਮੁੰਡੋ ਤੇ ਗੁਰੂ ਕੀ। ਉਸ ਗੁਰੂ ਦੀ ਮਾਂ ਦਾ ਸਿਰ ਮੁੰਨ ਦੇਣਾ ਚਾਹੀਦਾ। ਜਾਂ ਤੇ ਭਰਮ ਨਜੈਸ। ਜਿਸ ਗੁਰੂ ਤੋਂ ਤੁਹਾਡੇ ਮਨ ਦਾ ਭਰਮ ਹੀ ਦੂਰ ਨਹੀਂ ਹੋ ਰਿਹਾ, ਤੁਹਾਡੇ ਮਨ 'ਚ ਭਰਮ ਰਹਿ ਗਿਆ ਹੈ, ਉਹ ਤੁਹਾਡੇ ਭਰਮ ਨੂੰ ਦੂਰ ਹੀ ਨਹੀਂ ਕਰ ਸਕਿਆ। ਕਹਿੰਦੇ ਐਸੇ ਗੁਰੂ ਦੀ ਮਾਂ ਦਾ ਸਿਰ ਮੁੰਨ ਦੇਣਾ ਚਾਹੀਦਾ ਵੀ ਉਹਨੇ ਇਹੋ ਜਿਹਾ ਨਲਾਇਕ ਜੰਮਿਆ ਕਿਉਂ ਹੈ। ਮਾਂ ਗਾਲਾਂ ਮਾਂ ਨੂੰ ਪੈਂਦੀਆਂ। ਮਾਂ ਦੀ ਮਰਜ਼ੀ ਹੈ ਸੰਤ ਜੰਮ ਲੈ, ਮਾਂ ਦੀ ਮਰਜ਼ੀ ਹੈ ਡਾਕੂ ਜੰਮ ਲੈ। ਮਾਂ ਦੀ ਮਰਜ਼ੀ ਹੈ। ਮਾਂ 9 ਮਹੀਨੇ ਸਿਮਰਨ ਕਰਦੀ ਰਹੇ, ਬਾਣੀ ਪੜ੍ਹਦੀ ਰਹੇ, ਕੀਰਤਨ ਸੁਣਦੀ ਰਹੇ, ਕਥਾ ਸੁਣਦੀ ਰਹੇ, ਹੋਰ ਟੀਵੀ 'ਤੇ ਕੁਛ ਨਾ ਦੇਖੇ, ਕੋਈ ਸੰਸਾਰੀ ਚੀਜ਼ ਨਹੀਂ ਦੇਖਣੀ। ਨਾਮ ਜਪਣੇ, ਬਾਣੀ ਪੜ੍ਹਨੀ, ਕੀਰਤਨ ਸੁਣਨਾ, ਕਥਾ ਸੁਣਨੀ। ਜਿਹੜਾ ਬੱਚਾ ਹੋਏਗਾ ਨਾ, ਉਹ ਭਜਨ ਬੰਦਗੀ ਵਾਲਾ ਹੋਏਗਾ, ਉਹ ਭਜਨ ਬੰਦਗੀ ਵਾਲਾ ਹੀ ਹੋਵੇਗਾ। ਇਸ ਲਈ ਅਗਰ ਮਾਂ ਪਕੇਰੇ ਰੰਗ ਦੀ ਹੈ, ਉਹਨੇ ਬੱਚਾ ਗੋਰਾ ਜੰਮਣਾ, ਗੋਰਾ ਜੰਮ ਸਕਦੀ ਉਹ।
9 ਮਹੀਨੇ ਉਸਨੇ ਕੋਈ ਕਾਲੀ ਚੀਜ਼ ਨਹੀਂ ਖਾਣੀ, ਨਾ ਕਾਲੀ ਤਸਵੀਰ ਵੇਖਣੀ ਹੈ, ਨਾ ਕਿਸੇ ਕਾਲੇ ਬੰਦੇ ਜਾਂ ਜਨਾਨੀ ਨੂੰ ਮਿਲਣਾ। ਗੋਰੀਆਂ ਚੀਜ਼ਾਂ ਖਾਣੀਆਂ, ਗੋਰੀਆਂ। ਪਤਾ ਹੀ ਮਾਂ ਦੀ ਦਾਲ ਕਾਲੀ ਹੁੰਦੀ ਹੈ, ਮਾਂ ਨਹੀਂ ਖਾਣੀ। ਬੈਂਗਣ ਕਾਲੇ ਹੁੰਦੇ ਨੇ, ਬੈਂਗਣ ਨਹੀਂ ਖਾਣੇ। ਸੇਬ ਗੋਰੇ ਹੁੰਦੇ ਨੇ, ਟਮਾਟਰ ਗੋਰੇ ਹੁੰਦੇ ਨੇ, ਜਿਹੜਾ ਹੈ ਜਿਹੜਾ ਸੰਗਤਰਾ ਗੋਰਾ ਹੁੰਦਾ ਹੈ, ਕਿੰਨੂ ਗੋਰਾ ਹੁੰਦਾ ਹੈ। ਗੋਰੀਆਂ ਚੀਜ਼ਾਂ ਖਾਣੀਆਂ ਨੇ, ਗੋਰੀਆਂ ਚੀਜ਼ਾਂ ਹੀ ਵੇਖਣੀਆਂ ਨੇ। ਗੋਰੀ ਹੀ ਤਸਵੀਰ ਤੁਹਾਡੇ ਘਰ 'ਚ ਲੱਗੀ ਹੋਣੀ ਚਾਹੀਦੀ, ਕੋਈ ਕਾਲੀ ਤਸਵੀਰ ਤੁਹਾਡੇ ਘਰ 'ਚ ਨਹੀਂ ਲੱਗੀ ਹੋਣੀ ਚਾਹੀਦੀ ਹੈ, ਤਾਂ ਜੋ ਉਹ ਬੀਬੀ ਜਿਹੜੀ 9 ਮਹੀਨੇ ਜਿੱਧਰ ਵੇਖੇ ਗੋਰੇ ਹੀ ਗੋਰਾ, ਗੋਰੇ ਗੋਰੇ ਉਹਨੂੰ ਦੱਸੇ, ਭਾਵੇਂ ਮਾਂ ਪਿਓ ਦੋਨੋਂ ਕਿਉਂ ਨਾ ਕਾਲੇ ਹੋਣ, ਬੱਚਾ ਗੋਰਾ ਹੋਏਗਾ। ਅਤੇ ਆਂਢੀ ਗੁਆਂਢੀ ਕਹਿਣਗੇ ਇਹ ਕਿਹਦੇ 'ਤੇ ਗਿਆ ਹੈ, ਵੀ ਨਾ ਮਾਂ 'ਤੇ ਗਿਆ ਨਾ ਬਾਪ 'ਤੇ ਗਿਆ, ਮਾਂ ਵੀ ਕਾਲੀ ਬਾਪੂ ਵੀ ਕਾਲਾ। ਅਤੇ ਜਿਹੜੇ ਘਟੀਆ ਲੋਕ ਹੋਣਗੇ ਕਹਿਣਗੇ ਇਹਨਾਂ ਦਾ ਹੈ ਹੀ ਨਹੀਂ, ਇਹ ਕਿਸੇ ਹੋਰ ਦਾ ਹੋਣਾ, ਇਹ ਤਾਂ ਗੋਰਾ ਹੈ, ਮਾਂ ਬਾਪ ਤੇ ਕਾਲੇ ਨੇ। ਉਹਨਾਂ ਨੂੰ ਨਹੀਂ ਪਤਾ ਕਿ ਤੈਨੇ ਕਥਾ ਸੁਣ ਲਈ ਹੈ। ਇਹਨੇ 9 ਮਹੀਨੇ ਕੀਰਤਨ ਸੁਣੇ ਮਾਂ ਨੇ, 9 ਮਹੀਨੇ ਸਿਮਰਨ ਕੀਤਾ, 9 ਮਹੀਨੇ ਬਾਣੀ ਪੜ੍ਹੀ ਹੈ, ਗੋਰੀਆਂ ਚੀਜ਼ਾਂ ਖਾਧੀਆਂ ਨੇ, ਗੋਰੀਆਂ ਚੀਜ਼ਾਂ ਹੀ ਵੇਖੀਆਂ, ਇਸ ਲਈ ਬੱਚਾ ਗੋਰਾ ਅਤੇ ਭਜਨ ਬੰਦਗੀ ਕਰਨ ਵਾਲਾ ਪੈਦਾ ਹੋ ਗਿਆ ਹੈ। ਇਹ ਮਾਂ 'ਤੇ ਨਿਰਭਰ ਕਰਦਾ ਉਹਨੇ ਕਿਹੋ ਜਿਹਾ ਜਵਾਕ ਜੰਮਣਾ। ਤਾਂ ਕਬੀਰ ਸਾਹਿਬ ਕਹਿੰਦੇ ਉਹ ਗੁਰੂ ਜਿਸ ਤੋਂ ਤੁਹਾਡੇ ਮਨ ਦਾ ਭਰਮ ਦੂਰ ਨਹੀਂ ਨਾ ਹੁੰਦਾ, ਉਸ ਗੁਰੂ ਦੀ ਮਾਂ ਦਾ ਸਿਰ ਮੁੰਨ ਦਿਓ ਵੀ ਤੂੰ ਇਹੋ ਜਿਹਾ ਪੈਦਾ ਹੀ ਕਿਉਂ ਕੀਤਾ, ਇਹੋ ਜਿਹਾ ਪੈਦਾ ਕਿਉਂ ਕੀਤਾ। ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਜਿਨ੍ਹਾਂ ਰਮਾਇਣ ਲਿਖੀ ਸਵਾਮੀ ਤੁਲਸੀਦਾਸ ਜੀ ਨੇ, ਉਹਨੂੰ ਕਹਿੰਦੇ ਨੇ ਸਵਾਮੀ ਤੁਲਸੀਦਾਸ ਜੀ ਕਹਿੰਦੇ ਜਨਨੀ ਪਾ ਮਾਂ, ਜਣੇ ਮਾਂ ਪੈਦਾ ਕਰੇ। ਜਨਨੀ ਜਣੇ ਤਾਂ ਭਗਤ ਜਨ, ਕਹਿੰਦੇ ਮਾਂ ਜਾਂ ਤੇ ਭਗਤ ਪੈਦਾ ਕਰੇ, ਕਹਿ ਹੁੰਦਾ ਜਾਂ, ਕਹਿ ਦਾਤਾ ਜਾਂ ਬਹੁਤ ਵੱਡਾ ਦਾਨੀ ਪੈਦਾ ਕਰੇ, ਕਹਿ ਸੂਰ ਅਤੇ ਜਾਂ ਫਿਰ ਸੂਰਮਾ ਪੈਦਾ ਕਰੇ। ਜਾਂ ਭਗਤ ਪੈਦਾ ਕਰੇ, ਜਾਂ ਦਾਤਾ ਪੈਦਾ ਕਰੇ, ਜਾਂ ਫਿਰ ਸੂਰਮਾ ਪੈਦਾ ਕਰੇ, ਨਹੀਂ ਤਾਂ ਜਨਨੀ ਬਾਂਝ ਰਹੇ। ਬਾਂਝ ਉਸ ਔਰਤ ਨੂੰ ਕਹਿੰਦੇ ਜਿਹਦੇ ਘਰ ਬੱਚਾ ਨਾ ਹੁੰਦਾ ਹੋਵੇ। ਜਿਸ ਔਰਤ ਦੇ ਬੱਚਾ ਨਾ ਹੁੰਦਾ ਕਹਿੰਦੇ ਨੇ ਬਾਂਝ ਔਰਤ ਹੈ। ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਕਿਉਂ ਆਪਣੀ ਸ਼ਕਤੀ ਖਰਾਬ ਕਰਦੀ, ਕਹਿੰਦੇ ਇਹਦੇ ਬਾਂਝ ਰਹੇ ਨੇ ਠੀਕ ਸੀ। ਜਿਹੜਾ ਪੁੱਤਰ ਜੰਮਿਆ ਨਾ ਉਹਨੇ ਭਜਨ ਬੰਦਗੀ ਕੀਤੀ, ਨਾ ਕੋਈ ਨੇ ਦਾਨ ਪੁੰਨ ਕੀਤਾ, ਨਾ ਕੋਈ ਬਹਾਦਰੀ ਵਾਲਾ ਕੰਮ ਕੀਤਾ, ਕਹਿੰਦੇ ਫਿਰ ਫਾਇਦਾ ਕੀ ਹੋਇਆ ਜੰਮਣ ਦਾ। ਚੂਹੇ ਬਿੱਲੀਆਂ ਜੰਮਣ ਦਾ ਕਿਆ ਫਾਇਦਾ ਹੈ, ਇਹ ਜੰਮਣ ਦਾ ਕਹਿੰਦੇ ਕੀ ਫਾਇਦਾ। ਕਿੰਨੇ ਮਾਂ ਨੂੰ ਕਿਹਾ, ਹੁਣ ਮਾਂ ਤੇ ਤਾਂ ਹੀ ਅਸਰ ਜੇ ਕੋਈ ਕਥਾ ਸੁਣੇਗੀ ਤਾਂ। ਅਤੇ ਜੋ ਇਸ ਵੇਲੇ ਟੀ ਵੀ ਲਾ ਕੇ ਗੀਤ ਗੂਤ ਸੁਣ ਰਹੀ ਹੈ ਤਾਂ ਫਿਰ ਉਹਨੇ ਕਥਾ ਤੋਂ ਕੀ ਲੈਣ ਦੇਣ, ਕੀ ਪਤਾ ਕੀ ਕਿਹਾ ਗਿਆ ਕੀ ਨਹੀਂ ਕਿਹਾ ਗਿਆ। ਕਈ ਕਥਾ ਸੁਣ ਕੇ ਮੇਰੇ ਨਾਲ ਵਿਚਾਰ ਸਾਂਝੇ ਕਰਦੇ ਨੇ, ਕਹਿੰਦੇ ਕਈ ਕਹਿਣਗੇ ਜੀ ਸਾਡੇ ਮਨ 'ਚ ਜੋ ਪ੍ਰਸ਼ਨ ਸੀ ਨਾ ਉਹ ਕਥਾ ਦੇ ਵਿੱਚ ਹੀ ਸਾਨੂੰ ਜਵਾਬ ਮਿਲ ਗਿਆ, ਸਾਨੂੰ ਪ੍ਰਸ਼ਨ ਪੁੱਛਣ ਦੀ ਲੋੜ ਹੀ ਨਹੀਂ ਰਹੀ। ਕਈ ਮਨ 'ਚ ਪ੍ਰਸ਼ਨ ਪੈਦਾ ਹੁੰਦੇ ਰਹਿੰਦੇ ਨੇ, ਕਥਾ ਵਾਰਤਾ 'ਚ ਉਹਨਾਂ ਦੇ ਸਹਿਜ ਸੁਭਾਅ ਜਵਾਬ ਮਿਲਦੇ ਰਹਿੰਦੇ ਨੇ। ਇਹ ਨਹੀਂ ਕਿ ਮੈਨੂੰ ਪਤਾ ਵੀ ਤੁਹਾਡੇ ਮਨ 'ਚ ਕੀ ਪ੍ਰਸ਼ਨ ਹੈ, ਇਹ ਨਹੀਂ ਪਤਾ ਹੁੰਦਾ। ਉਹ ਜਵਾਬ ਬਾਣੀ ਕਥਾਕਾਰ ਉਹ ਜਵਾਬ ਦਿੰਦਾ ਰਹਿੰਦਾ ਆਪਣੇ ਆਪ ਹੀ, ਮੈਨੂੰ ਸੁਣਨ ਵਾਲੇ ਦੀ ਤਸੱਲੀ ਹੁੰਦੀ ਰਹਿੰਦੀ ਹੈ। ਸੋ ਤਾਂ ਕਿਹਾ ਵੀ ਜਿਸ ਗੁਰੂ ਤੋਂ ਤੁਹਾਡਾ ਭਰਮ ਹੀ ਨਹੀਂ ਖਤਮ ਹੋਇਆ, ਕਹਿੰਦੇ ਇਹੋ ਜਿਹੇ ਗੁਰੂ ਦੀ ਮਾਂ ਦਾ ਸਿਰ ਮੁੰਨ ਦੇਣਾ ਚਾਹੀਦਾ। ਕਿ ਇਹਦਾ ਸਿਰ ਮੁੰਨ ਦੋ ਨਾ, ਉਹ ਕੀ ਹੁੰਦਾ ਉਹ, ਇਹ ਕਹਿੰਦੇ ਵੀ ਇਹਦੀ ਬੜੀ ਬੇਇੱਜ਼ਤੀ ਕਰਤੀ ਹੈ। ਇੱਕ ਬੇਇੱਜ਼ਤੀ ਹੈ ਕਿਸੇ ਦੇ ਸਿਰ ਮੁੰਨ ਦੇਣਾ। ਕਿਸੇ ਸਰਦਾਰ ਨੂੰ ਫੜ ਕੇ ਤਾਂ ਜੂੜਾ ਮੁੰਨ ਦਿਓ, ਕਿੱਡੀ ਵੱਡੀ ਉਹਦੀ ਬੇਇੱਜ਼ਤੀ ਹੈ। ਮੁੰਨਣ ਵਾਲੇ ਦੇ ਜੋ ਸ਼ਿਕਾਇਤ ਕਰਦੇ ਨੇ ਮੇਰਾ ਸਿਰ ਮੁੰਨਦਾ, ਮੁਕੱਦਮੇ ਚੱਲਦੇ ਨੇ ਵੀ ਤੂੰ ਕੌਣ ਹੈ ਸਿਰ ਮੁੰਨਣ ਵਾਲੇ। ਇਸ ਦਾ ਆਪ ਡੁੱਬੇ ਚਾਹੋਂ ਵੇਦ ਮੈਂ। ਇਹੋ ਜਿਹੇ ਗੁਰੂ ਆਪ ਤੇ 4 ਵੇਦਾਂ
ਚਾਰੇ ਵੇਦ ਪੜ੍ਹੇ। ਵੇਦਾਂ ਦੇ ਵਿੱਚ ਕੁਝ % ਪਰਮਾਤਮਾ ਦੇ ਨਾਮ ਦੀ ਮਹਿਮਾ ਹੈ, ਬਾਕੀ ਕਰਮ ਕਾਂਡ ਨੇ। ਜਿਵੇਂ ਰਿਗਵੇਦ ਬੜਾ ਪ੍ਰਸਿੱਧ ਵੇਦ, ਉਹਦੇ ਵਿੱਚ 1 ਲੱਖ ਸ਼ਲੋਕ ਨੇ। ਉਹਨੂੰ ਕਹਿੰਦੇ ਸ਼ਰੂਤੀ, ਉਹਨੂੰ ਸ਼ਰੂਤੀ ਕਹਿੰਦੇ ਸੰਸਕ੍ਰਿਤ 'ਚ। 1 ਲੱਖ ਸ਼ਲੋਕ ਨੇ। 20,000 ਸ਼ਲੋਕ ਪਰਮਾਤਮਾ ਦੀ ਮਹਿਮਾ ਦੇ ਨੇ। ਉਸ 'ਚ 80,000 ਸ਼ਲੋਕ ਕਰਮ ਕਾਂਡ ਦੇ ਨੇ, ਜਿਹੜੇ ਕਿ ਹਿੰਦੂ ਵੀਰ ਕਰਦੇ ਰਹਿੰਦੇ ਨੇ। ਉਹ 20,000 ਤੇ ਜ਼ੋਰ ਨਹੀਂ ਦੇਣਾ, ਉਹ 80,000 ਤੇ ਜ਼ੋਰ ਦੇਣਾ। ਨਾਮ ਨਹੀਂ ਜਪਣਾ, ਹੋਰ ਕੰਮ ਕਰੀ ਜਾਣੇ। ਕਿਸੇ ਨੇ ਬੁੱਢੇ ਸਾਰੇ ਬੰਦੇ ਨੂੰ ਕਹਿਤਾ, ਬੜਾ ਅਮੀਰ, ਬੜਾ ਜਿਹਨੂੰ ਲੋਕ ਜਾਣਦੇ ਨੇ, ਵੀ ਤੇਰੇ ਮੁੰਡੇ ਦੇ ਪਤਾ ਨਹੀਂ ਕੀ ਹੈ, ਵੀ ਕੋਈ ਹੈਗਾ ਗ੍ਰਹਿ, ਪਹਿਲਾਂ ਇਹਦਾ ਪਿੱਪਲ ਨਾਲ ਵਿਆਹ ਕਰ। ਦੇਖੋ ਪੜ੍ਹੇ ਲਿਖੇ ਲੋਕ ਇੰਨੇ ਹੈ, ਵਿਆਹ ਪਿੱਪਲ ਨਾਲ ਕਰਕੇ ਫਿਰ ਕੁੜੀ ਨਾਲ ਵਿਆਹ ਕੀਤਾ ਜਿਹਨੇ ਕਰਨਾ ਸੀ। ਫਿਰ ਕੀ ਹੈ, ਨਾਮ ਜਪਣਾ ਨਹੀਂ, ਬਾਣੀ ਪੜ੍ਹਨੀ ਨਹੀਂ, ਫਿਰ ਪਿੱਪਲਾਂ ਨਾਲ ਵਿਆਹ ਕਰੀ ਜਾਓ, ਅਤੇ ਚਾਹੇ ਕੁੱਤੀਆਂ ਨਾਲ ਕਰੀ ਜਾਓ, ਜਿਹਦੇ ਫਿਰ ਮਰਜ਼ੀ ਕਰੀ ਜਾਓ। ਕਈ ਕਹਿੰਦੇ ਕਾਲੀ ਕੁੱਤੀ ਨਾਲ ਪਹਿਲਾਂ ਤਾਂ ਵਿਆਹ ਕਰੋ, ਲੱਭਦੇ ਰਹੋ ਕਾਲੀ ਕੁੱਤੀ ਨੂੰ। ਹਾਂਜੀ, ਉਹ ਫਿਰ ਲੋਕਾਂ ਨੇ ਅੱਜ ਤਾਂ ਵੀਡੀਓ ਪਾ ਦੇਣੀ ਫਟਾਫਟ, ਵੀ ਆ ਫਲਾਣੇ ਦਾ ਕੁੱਤੀ ਨਾਲ ਵਿਆਹ ਹੋ ਰਿਹਾ। ਇਹਨੂੰ ਕਹਿੰਦੇ ਕਰਮ ਕਾਂਡ। ਬਿਲਕੁਲ ਆਏ ਨੇ ਉਹ ਜੀ ਫਲਾਣਾ ਗ੍ਰਹਿ ਹੈ, ਮੈਂ ਠੀਕ ਹੈ, ਗ੍ਰਹਿ ਹੁੰਦੇ ਨੇ, ਮੈਂ ਮੰਨਦਾ। ਬਾਣੀ ਕਹਿੰਦੇ ਗ੍ਰਹਿ ਹੁੰਦੇ ਨੇ, ਪਰ ਬਾਣੀ ਕਹਿੰਦੇ ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ। ਗੁਰੂ ਮਹਾਰਾਜ ਨਾਮ ਦੀ ਦਾਤ ਦਿੱਤੀ, ਸਾਰੇ ਗ੍ਰਹਿ ਦੂਰ ਕਰਤੇ। ਜਿਹੜੇ ਗ੍ਰਹਿ ਹੈਗੇ, ਬਾਣੀ ਪੜ੍ਹ ਕੇ ਨਾਮ ਜਪ ਕੇ ਗ੍ਰਹਿ ਦੂਰ ਕਰ ਲਓ। ਇਸ ਕਾਹਦੀ ਗੱਲ ਹੈ, ਕਿਉਂ ਭਟਕੀ ਜਾਂਦੇ ਹੋ ਵੀ ਹੈ? ਫਿਰ ਭਟਕਣ ਦੀ ਕੀ ਲੋੜ, ਜੋ ਹੱਲ ਸਾਡੇ ਕੋਲ ਹੈ। ਹੁਣ ਜਿਵੇਂ ਕਰੋਨਾ ਹੈ, ਇਹਦਾ ਕੋਈ ਹੱਲ ਨਹੀਂ ਨਿਕਲਿਆ ਜੇ, ਅਜੇ ਦਵਾਈ ਮਾਰਕੀਟ 'ਚ ਨਹੀਂ ਆਈ, ਠੀਕ ਹੈ ਵੀ ਹੱਲ ਹੀ ਕੋਈ ਨਹੀਂ। ਇੱਕ ਚੀਜ਼ ਦਾ ਹੱਲ ਹੈ, ਫਿਰ ਭਟਕੀ ਜਾਣੇ। ਹੁਣ ਸਿੱਖ ਵੀ ਭਟਕੀ ਜਾ ਰਹੇ ਨੇ। ਕਿ ਸਿੱਖ ਹੀ ਮੇਰੇ ਕੋਲ ਬਹੁਤੇ ਆਉਂਦੇ ਨੇ, ਉਹ ਜੀ ਸਾਡੀ ਕੁੜੀ ਮੰਗਲੀਕ ਹੈ ਜੀ, ਸਾਡਾ ਮੁੰਡਾ ਮੰਗਲੀਕ ਹੈ ਜੀ, ਸਾਡੇ ਪੰਡਿਤ ਕਹਿੰਦੇ ਤੁਹਾਡੇ ਦੇ ਸ਼ਨੀ ਗ੍ਰਹਿ ਹੈ ਜੀ, ਤੁਹਾਡੇ ਦੇ ਫਲਾਣਾ ਗ੍ਰਹਿ ਹੈ ਜੀ, ਤੁਹਾਡੇ ਦੇ ਕਾਲ ਸਰਪ ਯੋਗ ਹੈ ਜੀ। ਉਹ ਸਭ ਤੋਂ ਮਾੜਾ ਗਿਣਦੇ ਨੇ ਪੰਡਿਤ, ਕਾਲ ਸਰਪ ਯੋਗ ਨੂੰ 20,000 ਰੁਪਈਆ ਲੈਂਦੇ ਨੇ ਉਹ ਹਟਾਉਣ ਦਾ। ਅਸੀਂ ਮੁਫਤ ਜੀ ਹਟਾ ਦਿੰਦੇ, ਵੀ ਆ ਜਾਓ, ਲਾ ਬਾਣੀ ਦੇਵਾਂਗੇ ਤੁਹਾਨੂੰ, ਸਾਰੇ ਤੁਹਾਡੇ ਕਾਲ ਸਰਪ ਯੋਗ ਕਿਆ ਸਭ ਖਤਮ ਕਰ ਦੇਗੀ। ਇਹ ਧੁਰ ਕੀ ਬਾਣੀ, ਇਹਦੇ ਅੱਗੇ ਕਿਹੜੀ ਚੀਜ਼ ਅੜ ਸਕਦੀ ਹੈ? ਕਹਿੰਦੇ ਨਾ ਅੜੇ ਸੋ ਚੜੇ ਸ਼ਰਨ ਪਰੇ ਸੋ ਤਰੇ। ਬਾਣੀ ਅੱਗੇ ਕਿਹੜਾ ਗ੍ਰਹਿ ਅੜ ਜਾਏਗਾ ਜੀ? ਇਹ ਰੱਬੀ ਬਾਣੀ ਹੈ, ਇਹਨਾਂ ਦਾ ਸਾਰਾ ਕੂੜ ਕਬਾੜ ਅੰਦਰੋਂ ਕੱਢ ਦੇਣਾ ਹੈ। ਇਸ ਲਈ ਬਾਣੀ ਪੜ੍ਹਿਆ ਕਰੋ, ਨਾਮ ਜਪਿਆ ਕਰੋ। ਨਹੀਂ ਬਾਣੀ ਪੜ੍ਹਨੀ ਹੈ, ਤੇ ਮੂਲ ਮੰਤਰ ਤਾਂ ਅਨਪੜ੍ਹ ਨੂੰ ਵੀ ਆਉਂਦਾ ਹੈ। ਮੂਲ ਮੰਤਰ ਤਾਂ ਅਨਪੜ੍ਹ ਨੂੰ ਵੀ ਆਉਂਦਾ ਹੈ। ਵਾਹਿਗੁਰੂ ਵਾਹਿਗੁਰੂ ਕਰਨਾ ਤੇ ਅਨਪੜ੍ਹ ਨੂੰ ਵੀ ਆਉਂਦਾ। ਚਲ ਬਾਣੀ ਨਹੀਂ ਪੜ੍ਹਨੀ ਤੇ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਮੂਲ ਮੰਤਰ ਜਾਪ ਕਰੀ ਜਾਓ, ਰੱਬ ਦਾ ਨਾਂ ਹੀ ਲੈਣਾ, ਕਿਸੇ ਤਰ੍ਹਾਂ ਲੈ ਲਓ। ਫਿਰ ਦੇਖੋ ਕੀ ਨਤੀਜਾ ਨਿਕਲਦਾ ਹੈ। ਨਾਮ ਜਪਣਾ ਨਹੀਂ, ਬਾਣੀ ਪੜ੍ਹਨੀ ਨਹੀਂ, ਧੱਕੇ ਜੇ ਖਾਈ ਜਾਣੇ ਨੇ। ਵੀ ਸ਼ਾਇਦ ਸਾਡੀ ਕਿਸਮਤ ਅਮਰੀਕਾ ਜਾ ਕੇ ਬਦਲ ਜਾਏਗੀ, ਕਨੇਡਾ ਜਾ ਕੇ ਬਦਲ ਜਾਏਗੀ। ਅੱਜ ਇੱਕ ਅਰਦਾਸ ਕਰਾਇਆ, ਕਹਿੰਦੇ ਮੈਨੂੰ ਸਾਲ ਹੋ ਗਿਆ ਆਸਟ੍ਰੇਲੀਆ ਆਏ, ਕੰਮ ਨਹੀਂ ਕੋਈ ਮਿਲ ਰਿਹਾ ਚਾਹੀਦਾ। ਮੈਂ ਤੈਨੂੰ ਕਿਹਨੇ ਕਿਹਾ ਸੀ ਜਾ? ਮੈਂ ਤੈਨੂੰ ਕਿਹਾ ਸੀ ਤੂੰ ਨਾ ਜਾ, ਤੂੰ ਫਿਰ ਵੀ ਧੱਕੇ ਨਾਲ ਚਲਿਆ ਜਾ। ਹੁਣ ਖਾ ਧੱਕੇ, ਮੈਂ ਕੀ ਕਰਾਂ? ਨਹੀਂ ਜੀ ਕੁਛ ਕਰੋ ਜੀ। ਫਿਰ ਪਾੜ ਦਿੱਤਾ, ਫਿਰ ਪਾੜ ਦੇ ਵਿਆਹ ਪਾੜ ਕਰ, ਤੈਨੂੰ ਕੋਈ ਕੰਮ ਮਿਲ ਜਾਊਗਾ। ਪਾੜ ਕੀ ਕਰੇਗਾ? ਉਹਦੀ ਕਿਸਮਤ ਬਦਲੇਗਾ। ਜਦੋਂ ਉਹਦੀ ਕਿਸਮਤ ਬਦਲ ਗਈ, ਉਹਨੂੰ ਕੰਮ ਮਿਲ ਜਾਏਗਾ। ਹੋਰ ਪਾਠ ਨੇ ਕੀ ਕਰਨਾ? ਸਾਡੇ ਕੰਮਾਂ 'ਚ ਰੁਕਾਵਟ ਸਾਡੇ ਕਰਮ ਪਾ ਰਹੇ ਹੁੰਦੇ ਨੇ। ਸਾਡੇ ਕਰਮ ਰੁਕਾਵਟ ਪਾਉਂਦੇ ਨੇ, ਸਾਨੂੰ ਕਾਮਯਾਬੀ ਨਹੀਂ ਮਿਲਣ ਦਿੰਦੇ। ਬਾਣੀ ਨਾਮ ਜਿਹੜਾ ਉਹਨਾਂ ਕਰਮਾਂ ਨੂੰ ਕੱਟ ਦਿੰਦਾ ਹੈ। ਜਿਨ੍ਹਾਂ ਕਰਮਾਂ ਨੇ ਰੁਕਾਵਟ ਪਾਉਣੀ ਸੀ, ਉਹ ਕਰਮ ਹੀ ਕੱਟ ਕੇ ਲਾਈਨ ਕਲੀਅਰ ਹੋ ਗਈ, ਸਾਡੇ ਕਾਰਜ ਰਸ ਹੋ ਗਿਆ। ਇਸ ਲਈ ਜੇ ਪੜ੍ਹੇ ਹੋਏ ਹੋ ਬਾਣੀ ਪੜ੍ਹੋ, ਨਹੀਂ ਪੜ੍ਹਨੀ ਆਉਂਦੀ ਇੱਥੇ ਆ ਕੇ ਸੰਥਿਆ ਲੈ ਲਓ। ਸਾਡਾ ਕੰਮ ਹੀ ਹੈ ਬਾਣੀ ਸਿਖਾ ਰਹੇ।
ਕੁਛ ਵੀ ਨਹੀਂ ਹੁੰਦਾ। ਤੁਸੀਂ ਟੋਟਲ ਅਨਪੜ੍ਹ ਹੋ, ਮੂਲ ਮੰਤਰ ਯਾਦ ਕਰ ਲਓ, 2 ਲਾਈਨਾਂ ਨੇ, ਕਿਸੇ ਪੜ੍ਹੇ ਲਿਖੇ ਤੋਂ ਯਾਦ ਕਰ ਲਓ, ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਕੁਛ ਕਰੋ ਤਾਂ ਸਹੀ। ਸੋ ਕਹਿੰਦੇ ਆਪ ਡੁੱਬੇ ਚਹੁ ਵੇਦ ਮੈਂ, ਚਾਰੇ ਵੇਦਾਂ ਦੇ ਝੰਜੜ ਜੀ ਪੜ੍ਹ ਕੇ ਜਿਹੜਾ ਹੈ ਅਮਲ ਉਸ 'ਤੇ ਕੀਤਾ ਨਹੀਂ, ਕਰਮ ਕਾਂਡ ਕਰਦੇ ਰਹੇ, ਆਪ ਵੀ ਡੁੱਬੇ, ਚੇਲੇ ਦੀਏ ਬਹਾਏ ਦਾ ਰੋੜ ਦੇਣਾ, ਅਤੇ ਚੇਲੇ ਵੀ ਰੋੜ 'ਤੇ ਪਰ ਚੇਲੇ ਵੀ ਡੋਬ 'ਤੇ। ਕਹਾਵਤ ਆਪ ਡੁੱਬੇ ਜਜਮਾਨ ਵੀ ਡੋਬੇ। ਜਿਨ੍ਹਾਂ ਦੇ ਘਰ ਆ ਕੇ ਪੰਡਿਤ ਪਾਠ ਪੂਜਾ ਕਰਦਾ ਹੈ ਉਹਨਾਂ ਨੂੰ ਜਜਮਾਨ ਕਹਿੰਦੇ ਨੇ। ਆਪ ਵੀ ਡੁੱਬਿਆ, ਜਜਮਾਨ ਵੀ ਡੋਬ 'ਤੇ। ਤਰਨ ਵਾਲਾ ਹੀ ਦੂਜੇ ਨੂੰ ਤਾਰ, ਮੰਨੋ ਮੈਨੂੰ ਤਰਨਾ ਹੀ ਨਹੀਂ ਆਉਂਦਾ ਅਤੇ ਮੈਂ ਕਿਸੇ ਡੁੱਬਦੇ ਨੂੰ ਕਿਵੇਂ ਤਾਰ ਸਕਦਾ। ਮੰਨ ਲਓ ਮੈਂ ਨਹਿਰ ਜਾ ਰਿਹਾ, ਮੈਨੂੰ ਤਰਨਾ ਨਹੀਂ ਆਉਂਦਾ, ਮੇਰੇ ਸਾਹਮਣੇ ਨਹਿਰ 'ਚ ਇੱਕ ਬੰਦਾ ਡੁੱਬ ਰਿਹਾ ਹੈ, ਮੈਨੂੰ ਤਰਨਾ ਹੀ ਨਹੀਂ ਆਉਂਦਾ, ਮੈਂ ਉਹਨੂੰ ਕਿਵੇਂ ਬਚਾ ਸਕਦਾ। ਜੇ ਮੈਨੂੰ ਤਰਨਾ ਆਉਂਦਾ ਸ਼ਾਇਦ ਮੈਂ ਛਾਲ ਵਿੱਚ ਮਾਰਾਂ, ਉਹਦੀ ਬਾਂਹ ਬੂਹ ਫੜ ਕੇ ਉਹਨੂੰ ਲਿਆਵਾਂ। ਇੱਕ ਬੜਾ ਸਿਆਪਾ ਹੈ, ਜਿਹੜਾ ਡੁੱਬ ਰਿਹਾ ਹੈ ਉਹ ਕਈ ਵਾਰੀ ਤੁਹਾਡੀ ਲੱਤਾਂ ਨੂੰ ਜੱਫਾ ਪਾ ਲੈਂਦਾ। ਉਹ ਲੱਤਾਂ ਤੁਸੀਂ ਹਿਲਾ ਕੇ ਬਾਹਰ ਨਿਕਲੇ, ਉਹਨੇ ਲੱਤਾਂ ਨੂੰ ਜੱਫਾ ਪਾ ਲਿਆ, ਤੁਹਾਡੀ ਲੱਤਾਂ ਨਹੀਂ ਹਿਲਦੇ, ਤੁਸੀਂ ਡੁੱਬੋਗੇ। ਤੁਸੀਂ ਹੱਥ ਮਾਰੋਗੇ ਅਤੇ ਲੱਤਾਂ ਮਾਰੋਗੇ ਅਤੇ ਤਾਂ ਹੀ ਤਰੋਗੇ ਨਾ। ਅਤੇ ਉਹਨੇ ਤੁਹਾਡੀ ਲੱਤਾਂ ਫੜ ਲਈ ਜਾਂ ਦੋਨਾਂ ਬਾਹਾਂ ਨੂੰ ਜੱਫਾ ਮਾਰਨਾ, ਉਹ ਆਪ ਡੁੱਬੇ, ਤੁਹਾਨੂੰ ਵੀ ਨਾਲ ਲੈ ਕੇ ਡੁੱਬੇਗਾ। ਕਿਉਂ? ਉਹ ਤਾਂ ਘਬਰਾਇਆ ਹੋਇਆ, ਹੁਣ ਤਾਂ ਜੋ ਹੱਥ ਹੈ ਉਹਨੇ ਹੱਥ ਪਾ ਲੈਣਾ ਹੈ। ਇਹ ਤਾਂ ਬਚਾਉਣ ਵਾਲੇ ਨੇ ਵੇਖਣਾ ਉਹਨੂੰ, ਕਿ ਉਹਦੀ ਬਾਂਹ ਫੜ ਕੇ ਉਹਨੂੰ ਖਿੱਚਣਾ, ਪਿੱਛੇ ਭਾਵੇਂ ਰਹਿਣ ਦੇ ਉਹਨੂੰ, ਖਿੱਚੀ ਹੋ ਅੱਗੇ ਆਪ ਤਰੀ ਹੋ ਅਤੇ ਉਹਦੀ ਬਾਂਹ ਫੜ ਕੇ ਉਹਨੂੰ ਖਿੱਚੀ ਉਹ ਸਿਰੇ 'ਤੇ ਲਾ ਲਓ। ਇਹਨੇ ਚਿਰ ਨੂੰ ਹੋ ਸਕਦਾ ਕੋਈ ਨਾ ਕੋਈ ਹੋਰ ਭੱਜ ਕੇ ਵੀ ਆ ਜੇ, ਕੋਈ ਰੱਸਾ ਸੁੱਟ ਦੇ, ਕੋਈ ਪੱਗ ਲਾ ਕੇ ਹੇਠਾਂ ਸੁੱਟ ਦੇ, ਵੀ ਲੈ ਵੀ ਫੜ ਇਸ ਨੂੰ। ਹਾਂਜੀ, ਸੋ ਇਸ ਲਈ ਜਿਹੜਾ ਆਪ ਤਰ ਸਕਦਾ ਹੈ ਉਹੀ ਡੁੱਬਦੇ ਨੂੰ ਬਚਾ ਸਕਦਾ ਹੈ। ਜਿਹੜਾ ਆਪ ਹੀ ਡੁੱਬਿਆ ਹੋਇਆ ਉਹ ਚੇਲਿਆਂ ਨੂੰ ਕੀ ਬਚਾਏਗਾ। ਆਪ ਵੀ ਡੁੱਬਿਆ, ਚੇਲੇ ਵੀ ਗਏ, ਤਾਂ ਹੀ ਗੁਰਬਾਣੀ ਕਾਚੇ ਗੁਰ ਤੇ ਮੁਕਤ ਨਾ ਹੋਏ। ਕੱਚੇ ਗੁਰੂ ਤੋਂ ਮੁਕਤੀ ਨਹੀਂ ਹੁੰਦੀ। ਕੱਚਾ ਗੁਰੂ ਆਪ 'ਚ ਵੀ ਜੇਲ੍ਹ 'ਚ, ਅਤੇ ਹੁਣ ਚੇਲੇ ਕਿਤੋਂ ਤਰ ਜਾਣਗੇ ਵੀ। ਜਿਹੜਾ ਆਪ ਹੀ ਜੇਲ੍ਹ 'ਚ ਬੈਠਾ ਉਹ ਚੇਲੇ ਕਿਵੇਂ ਤਾਰ ਦੇਗਾ। ਕਬੀਰ ਜੇਤੇ ਪਾਪ ਕੀਏ, ਰਾਖੇ ਤਲੈ ਦੁਰਾਏ, ਪ੍ਰਗਟ ਪੈ ਨਿਦਾਨ ਸਭ, ਜੈ ਪੁੱਛੇ ਧਰਮ ਰਾਏ। ਕਬੀਰ ਜੇਤੇ ਪਾਪ ਕੀ, ਜਿੰਨੇ ਪਾਪ ਕੀਤੇ, ਰਾਖੇ ਤਲੈ ਦੁਰਾਏ, ਦੁਰਾਏ ਦਾ ਛੁਪਾ ਕੇ, ਦੂਜਿਆਂ ਤੋਂ ਛੁਪਾ ਕੇ ਰੱਖੇ ਵੀ ਲੋਕਾਂ ਨੂੰ ਪਤਾ ਨਾ ਲੱਗੇ। ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ, ਜਦੋਂ ਵੀ ਆਪਾਂ ਕੋਈ ਮਾੜਾ ਕੰਮ ਕਰਦੇ ਹਾਂ ਵੀ ਕੋਈ ਵੇਖ ਨਾ ਲਵੇ, ਆਪਾਂ ਲੋਕਾਂ ਤੋਂ ਬਚਾਉਂਦੇ ਹਾਂ। ਜਿਹਨੇ ਸਾਡੇ ਕਰਮਾਂ ਦਾ ਹਿਸਾਬ ਕਿਤਾਬ ਕਰਨਾ ਉਹ ਤਾਂ ਸਾਡੇ ਅੰਦਰ ਬੈਠਾ, ਉਹ ਤਾਂ ਵੇਖ ਹੀ ਰਿਹਾ, ਉਹ ਤਾਂ ਵੇਖ ਹੀ ਰਿਹਾ। ਕਬੀਰ ਜੇਤੇ ਪਾਪ ਕੀਏ, ਰਾਖੇ ਤਲੈ ਦੁਰਾਏ, ਤਲੈ ਮਨੇ ਹੇਠਾਂ, ਦੁਰਾਏ ਮਨੇ ਛੁਪਾ ਕੇ। ਜਿੰਨੇ ਪਾਪ ਕੀਤੇ ਲੋਕਾਂ ਤੋਂ ਛੁਪਾ ਕੇ ਰੱਖੇ, ਪ੍ਰਗਟ ਪੈ ਨਿਦਾਨ ਸਭ, ਜੈ ਪੁੱਛੇ ਧਰਮ ਰਾਏ। ਜਦੋਂ ਧਰਮਰਾਜ ਕੋਲੇ ਪਹੁੰਚਿਆ, ਉਹ ਸਾਰੇ ਕੀਤੇ ਪਾਪ ਹੋਏ ਨਿਦਾਨ ਦਾ ਅੰਤ ਨੂੰ ਪ੍ਰਗਟ ਪਏ, ਉਹ ਸਾਰੇ ਪਾਪਾਂ ਦਾ ਪਤਾ ਲੱਗ ਗਿਆ। ਉੱਥੇ ਨਾ ਸਾਡੀ ਸਾਰੀ ਫਿਲਮ ਸਾਡੇ ਜਾਣ ਤੋਂ ਪਹਿਲਾਂ ਹੀ ਬਣੀ ਹੁੰਦੀ ਹੈ। ਮੰਨ ਲਓ ਮੈਂ ਚੋਰੀ ਕੀਤੀ, ਹਾਂਜੀ ਜੈਮਲ ਸਿੰਘ ਜੀ ਅੱਜ ਤੇ ਚੋਰੀ ਲਿਖਿਆ ਤੁਸੀਂ ਕੀਤੀ, ਨਾ ਜੀ ਕਦੇ ਚੋਰ ਮੰਨਦਾ, ਨਾ ਜੀ ਮੈਂ ਤਾਂ ਨਹੀਂ ਕੀਤੀ, ਨਹੀਂ ਭਾਈ ਇੱਥੇ ਲਿਖਿਆ ਹੋਇਆ ਹੈ, ਨਾ ਜੀ ਮੈਂ ਤਾਂ ਸਾਰੀ ਵਾਰ ਕਥਾ ਕਰਦੇ ਰਹੇ, ਪਾਠ ਸਿਖਾਉਂਦੇ ਰਹੇ, ਮੈਂ ਕਿੱਥੇ ਚੋਰੀ ਕੀਤੀ ਹੈ। ਉਹ ਕਹਿੰਦੇ ਜਰਾ ਸਵਿੱਚ ਔਨ ਕਰੀ, ਸਵਿੱਚ ਦੱਬਿਆ, ਸਾਹਮਣੇ ਸਕਰੀਨ 'ਤੇ ਆ ਰਿਹਾ, ਆ ਜਾ ਰਿਹਾ ਜੈਮਲ ਸਿੰਘ, ਇਹ ਉਹ ਗਰਿੱਲਾਂ ਪੱਟ ਰਿਹਾ, ਇਹ ਆ ਅੰਦਰ ਵੜ ਰਿਹਾ, ਜਮਦੂਤ ਖੜੇ ਨਾਲ ਦੇ ਢਾ ਲੈਣਾ, ਤੂੰ ਤਾਂ ਕਹਿੰਦਾ ਸੀ ਕੀਤੀ ਨਹੀਂ, ਤੇ ਆਹ ਦੇਖੀ। ਉੱਥੇ ਨਹੀਂ ਕੋਈ ਛਿਪ ਸਕਦਾ। ਜੈ ਪੁੱਛੇ ਧਰਮਰਾਜ, ਜੋ ਧਰਮਰਾਜ ਨੇ ਪੁੱਛਣਾ ਨਾ, ਪ੍ਰਗਟ ਪਏ ਨਿਦਾਨ ਸਭ, ਸਾਰੇ ਪਾਪ ਪ੍ਰਗਟ ਹੋ ਜਾਣੇ ਹਨ। ਮੈਨੇ ਆ ਪਾਪ ਕੀਤੇ, ਆ ਜਾਵੇ ਸੱਜਣਾ, ਹੁਣ ਆ ਜਾਵੇ। ਪਹਿਲਾਂ ਤਾਂ ਜਾਂਦੇ ਹੋਏ ਕੁੱਟੀ ਜਾਂਦੇ ਨੇ, ਜਿਵੇਂ ਪੁਲਿਸ ਵਾਲੇ ਫੜ ਕੇ ਲੈ ਜਾਂਦੇ ਨੇ,
ਉਹਨਾਂ ਨੂੰ ਪਤਾ ਹੁੰਦਾ ਕਈ ਵਾਰੀ ਸਿਫਾਰਿਸ਼ ਲੱਗ ਜਾਂਦੀ ਹੈ, ਜਾਂਦੇ ਹੀ ਤੁਸੀਂ ਤੌਣੀ ਲਾਉਂਦੇ ਨੇ। ਚੰਗੀ ਤਰ੍ਹਾਂ ਕੁਟਾਪਾ ਕੀਤਾ, ਮਨਾ ਮਨੂ ਲਿਆ ਵੀ ਤੂੰ ਕੀਤਾ। ਫਿਰ ਕਿਸੇ ਮਿਨਿਸਟਰ ਦੀ, ਕਿਸੇ ਹੋਰ ਵੱਡੇ ਲੀਡਰ ਦੀ ਸਿਫਾਰਿਸ਼ ਆ ਗਈ, ਅੱਛਾ ਤੁਹਾਡਾ ਬੰਦਾ, ਚਲੋ ਕੋਈ ਨਹੀਂ, ਛੱਡ ਦਿੰਦੇ ਹਾਂ ਜੀ। ਫਿਰ ਉਹਨੂੰ ਜਿਹੜਾ ਕੁੱਟਣਾ ਕੱਟਣਾ, ਪੈਸੇ ਪੂਸੇ ਲੈਣੇ ਸੀ ਪਹਿਲਾਂ ਹੀ ਲੈ ਲਏ। ਐਂ ਜਮਦੂਤ ਰਾਜ ਹੀ ਕੁੱਟੀ ਜਾਂਦੇ ਨੇ। ਉਹਨਾਂ ਨੂੰ ਪਤਾ ਹੁੰਦਾ ਇਹਨੇ ਪਾਪ ਕੀਤੇ, ਉਹ ਰਾਜ ਕੁੱਟਦੇ ਹੀ ਲਈ ਜਾਂਦੇ ਧਰਮ ਰਾਜ ਕੋਲੇ। ਜੇ ਪੁਲਿਸ ਪਹਿਲਾਂ ਕੁੱਟਦੀ ਹੈ ਫਿਰ ਜੱਜ ਕੋਲੇ ਲੈ ਕੇ ਜਾਂਦੀ ਹੈ, ਇਹ ਸਿੱਧਾ ਨਹੀਂ ਜੱਜ ਕੋਲੇ ਲੈ ਕੇ ਜਾਂਦੇ ਵੀ ਇਹਨੇ ਚੋਰੀ ਕੀਤੀ ਹੈ ਜੀ, ਨਾ, ਪਹਿਲਾਂ ਉਹਦੀ ਛਿੱਲ ਲਾਉਂਦੇ ਨੇ, ਹਾਂ ਮੰਨ ਗਿਆ ਚੋਰੀ ਕੀਤੀ ਹੈ, ਫਿਰ ਜੱਜ ਕੋਲੇ ਲੈ ਕੇ ਆਉਂਦੇ। ਇਹ 3 ਦਿਨ ਦਾ ਰਿਮਾਂਡ ਚਾਹੀਦਾ ਜੀ। ਇਹਨੇ ਚੋਰੀ ਕੀਤੀ, ਮਨਾਉਣਾ ਕਿਹੜੀ ਕੀਤੀ। ਚਲੋ ਜੱਜ ਨੇ 1 ਦਿਨ ਦਾ ਦਿੱਤਾ, 2 ਦਿਨ ਦਾ ਦਿੱਤਾ, ਜਿੰਨੇ ਦਿਨ ਦਾ ਪੁਲਿਸ ਮੰਗਦੇ ਉਨੇ ਦਿਨ ਦਾ ਨਹੀਂ ਦਿੰਦੇ ਉਹ। ਇਸ ਲਈ ਪੁਲਿਸ ਵਾਲੇ ਜ਼ਿਆਦਾ ਦਿਨਾਂ ਦਾ ਮੰਗ ਲੈਂਦੇ ਨੇ ਵੀ 10 ਦਿਨ ਦਾ ਮੰਗਾਂਗੇ, ਚੱਲ 3-4 ਦਿਨ ਦਾ ਤਾਂ ਹੋਵੇਗਾ ਹੀ। ਜਿਵੇਂ ਜਦੋਂ ਨਾ ਆ ਚੀਨੀ ਡੀਪੂ ਤੋਂ ਮਿਲਿਆ ਕਰਦੇ ਸੀ, ਰਾਸ਼ਨ ਕਾਰਡ 'ਤੇ ਨਾ ਚੀਨੀ ਮਿਲਿਆ ਕਰਦੇ। ਇੱਕ ਬੰਦੇ ਨੇ 2 ਮਣ ਚੀਨੀ ਅਪਲਾਈ ਕਰਤੀ ਵੀ 2 ਮਣ ਮੈਨੂੰ ਚੀਨੀ ਚਾਹੀਦੀ, ਮੇਰੀ ਕੁੜੀ ਦਾ ਵਿਆਹ ਹੈ। ਉਹਨੂੰ ਸਿਰਫ 20 ਸੇਰ ਦਿੱਤੀ, 20 ਕਿਲੋ। ਉਹਨੇ ਲੈਣਾ ਸੀ ਪਿਸਤੌਲ, ਉਹਨੇ ਤੋਪ ਲਈ ਅਪਲਾਈ ਕਰਤਾ ਲਾਇਸੈਂਸ, ਵੀ ਮੈਨੂੰ ਤੋਪ ਦਾ ਲਾਇਸੈਂਸ ਚਾਹੀਦਾ। ਉਹ ਕਹਿੰਦਾ ਤੂੰ ਤੋਪ ਕੀ ਕਰਨੀ ਹੈ? ਕਹਿੰਦਾ ਸੁਣੋ ਜੀ, ਮੈਂ 2 ਮਣ ਚੀਨੀ ਮੰਗੀ ਅਤੇ ਮੈਨੂੰ ਸਿਰਫ 20 ਸੇਰ ਮਿਲੀ, ਹੁਣ ਮੈਂ ਤੋਪ ਮੰਗਾਂਗਾ ਤਾਂ ਕਿਤੇ ਮੈਨੂੰ ਪਿਸਤੌਲ ਮਿਲੇਗਾ, ਇਸ ਲਈ ਮੈਂ ਤੋਪ ਮੰਗ ਰਿਹਾ। ਸੋ ਇਸ ਲਈ ਪੁਲਿਸ ਵਾਲੇ ਜ਼ਿਆਦਾ ਦਿਨ ਦਾ ਰਿਮਾਂਡ ਮੰਗ ਲੈਂਦੇ ਨੇ, ਅਤੇ ਜੱਜ ਨੂੰ ਵੀ ਪਤਾ ਹੁੰਦਾ ਵੀ ਪੁਲਿਸ ਜੇ ਚਾਹੇ ਤਾਂ 5 ਮਿੰਟ ਸਾਰਾ ਕੁਝ ਮਨਾ ਸਕਦੀ ਹੁੰਦੀ ਹੈ ਵੱਡੇ ਲੁੱਚਿਆਂ ਲਫੰਗਿਆਂ ਤੋਂ। ਪੁਲਿਸ ਕੋਲ 43 ਪ੍ਰਕਾਰ ਦੇ ਢੰਗ ਨੇ ਟਾਰਚਰ ਦੇ। ਜਿਹੜਾ ਟਾਰਚਰ ਕਰਦੇ ਨੇ 43 ਤਰੀਕੇ ਨਾਲ ਕਰਦੇ ਨੇ। ਵੱਡੇ ਮਨ ਜਿਹੜੇ ਆਪਣੇ ਘੈਂਟ ਗਿਣਦੇ ਨੇ, ਐਸੇ ਉਹਨਾਂ ਕੋਲ ਢੰਗ ਨੇ। ਸੋ ਇਸ ਲਈ ਫਿਰ ਪਹਿਲਾਂ ਤਾਂ ਜਮਦੂਤਾਂ ਨੇ ਕੁੱਟਿਆ, ਫਿਰ ਧਰਮਰਾਜ ਕੋਲੇ ਗਏ, ਫਿਰ ਉੱਥੇ ਪਤਾ ਲੱਗਿਆ ਇਹਨੇ ਆਹ ਪਾਪ ਕੀਤੇ ਸਨ, ਫਿਰ ਉੱਥੇ ਕੁਟਾਪਾ ਹੋਇਆ। ਫਿਰ ਉਹਦੇ ਅਨੁਸਾਰ ਅਗਲਾ ਜਨਮ ਨਿਖਿੱਧ ਜਨਮ ਮਿਲ ਗਿਆ, ਜਾ ਹੁਣ ਦੁੱਖ ਭੋਗੀ ਜਾ, ਜਿਹੜੇ ਤੂੰ ਪਾਪ ਕੀਤੇ ਉਹਨਾਂ ਦਾ ਫਲ ਹੁਣ ਭੋਗੀ ਜਾ। ਅਤੇ ਅਸੀਂ ਉਹ ਭੋਗ ਰਹੇ ਹਾਂ ਫਲ, ਦੁੱਖ ਰੂਪ 'ਚ, ਬਿਮਾਰੀਆਂ ਦੇ ਰੂਪ 'ਚ, ਦੁੱਖ ਰੂਪ 'ਚ ਅਸੀਂ ਆਪਣੇ ਹੀ ਪਾਪਾਂ ਦਾ ਫਲ ਭੋਗ ਰਹੇ ਹਾਂ। ਅੱਗੇ ਕਹਿੰਦੇ ਕਬੀਰ ਹਰ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕੁਟੰਬ, ਧੰਦਾ ਕਰਤਾ ਰਹਿ ਗਿਆ ਭਾਈ ਰਿਹਾ ਨਾ ਬੰਦ। ਸਿਮਰਨ ਤੇ ਕੀਤਾ ਨਹੀਂ, ਪਾਲਿਓ ਬਹੁਤ ਕੁਟੰਬ ਪਰਿਵਾਰ ਨੂੰ ਕਹਿੰਦੇ ਨੇ, ਵੱਡੇ ਸਾਰੇ ਪਰਿਵਾਰ ਦੀ ਪਾਲਣਾ ਪੋਸ਼ਣਾ ਕਰਦਾ ਰਿਹਾ। ਜਵਾਕ ਜ਼ਿਆਦਾ ਜੰਮ ਲਏ। ਅਸੀਂ 8 ਭਰਾ 1 ਭੈਣ, ਚਲੋ ਇੱਕ ਪਾਕਿਸਤਾਨ 'ਚ ਮਰ ਗਿਆ, ਇੱਕ ਇੰਡੀਆ ਆਉਂਦਿਆਂ 1947 'ਚ ਮਰ ਗਿਆ। 7 ਭਰਾ ਅਤੇ 1 ਭੈਣ ਸੀ। ਇੱਥੇ ਆ ਕੇ ਅਸੀਂ 5 ਭਰਾ ਅਤੇ 1 ਭੈਣ ਰਹਿ ਗਏ। ਇਹਨਾਂ ਵੱਡਿਆਂ ਹੋਏ ਮੈਨੂੰ ਪਤਾ ਲੱਗ ਗਿਆ ਵੀ ਅਸੀਂ ਟੋਟਲ 8 ਸੀ। ਬਹੁਤ ਉਮਰ ਲੰਘ ਗਈ ਪਿਤਾ ਜੀ ਦੀ। ਮੈਂ ਪਿਤਾ ਇੱਕ ਦਿਨ ਪੁੱਛਿਆ, ਮੈਂ ਬਾਪੂ ਤੂੰ ਇੰਨੇ ਜਵਾਕ ਜੰਮੇ, ਤੈਨੂੰ ਕਿਸੇ ਦਾ ਫਾਇਦਾ ਹੈ? ਮੈਂ ਸੱਚੋ ਸੱਚ ਦੱਸੀ। ਕਹਿੰਦੇ ਕਿ ਇਹਦਾ ਕੋਈ ਫਾਇਦਾ ਨਹੀਂ ਹੈ। ਮੈਂ ਫਿਰ ਤੁਸੀਂ ਇੰਨੇ ਕਿਉਂ ਜੰਮੇ? ਕਹਿੰਦੇ ਪੁੱਤਰ ਉਹਦੇ ਨਾਲ ਥੋੜ੍ਹੇ ਜੰਮਣ ਦਾ ਇੱਕ ਤਾਂ ਰਿਵਾਜ਼ ਨਹੀਂ ਸੀ, ਇੱਕ ਸਾਧਨ ਨਹੀਂ ਸੀ। ਇਹ ਮੈਨੂੰ ਪਤਾ ਸੀ ਇਸ ਗੱਲ ਦਾ ਵੀ ਹਾਂ ਉਦੋਂ ਸਾਧਨ ਵੀ ਨਹੀਂ ਸਨ ਵੀ ਅਸੀਂ ਥੋੜ੍ਹੇ ਜਵਾਕ ਜੰਮੀਏ, ਨਾ ਹੀ ਕੋਈ ਰਿਵਾਜ਼ ਸੀ। ਜਿੰਨੇ ਹੋ ਗਏ 12 ਹੋ ਗਏ 12 ਸਹੀ, 8 ਹੋ ਗਏ 8, 10 ਜਿੰਨੇ ਕਿਸੇ ਦੇ ਹੋ ਗਏ। ਉਦੋਂ ਕਿਉਂਕਿ ਪਿਤਾ ਪੁਰਖੀ ਕੰਮ ਹੁੰਦਾ ਸੀ, ਇਸ ਲਈ ਵੱਡਾ ਪਰਿਵਾਰ ਵੀ ਦੁਖੀ ਨਹੀਂ ਸੀ ਹੁੰਦਾ, ਕਿਉਂ ਛੋਟੀ ਉਮਰ ਦੇ ਜੋ ਬਾਪ ਕੰਮ ਕਰਦਾ ਸੀ ਅੱਗੇ ਬੱਚੇ ਛੋਟੀ ਉਮਰ 'ਚ ਹੀ ਕਰਨ ਲੱਗ ਜਾਂਦੇ ਸਨ। ਇਸ ਲਈ ਨਾ ਕੋਈ ਪੜ੍ਹਾਈ ਦਾ ਖਰਚਾ ਅਤੇ ਨਾ ਕੋਈ ਹੋਰ ਖਰਚਾ।
ਅੱਜ ਦਾ ਇੱਕ ਜਵਾਕ ਨੂੰ ਸਿਰੇ ਲਾਉਣਾ ਮੁਸ਼ਕਿਲ ਹੈ। ਇੱਕ ਜਵਾਕ ਦੀ ਪੜ੍ਹਾਈ ਹੀ ਬੰਦੇ ਦਾ ਨੱਕ ਹੀ ਦਮ ਕਰਦੀ, ਇੰਨਾ ਖਰਚੀਲੀ ਪੜ੍ਹਾਈ ਹੋ ਗਈ ਹੈ ਅੱਜ ਕੱਲ੍ਹ। ਇਸ ਲਈ ਕੋਈ ਨਹੀਂ 8 ਜੰਮਦਾ ਹੈਗਾ। ਬਹੁਤੇ ਕਹਿੰਦੇ ਇੱਕ ਹੀ ਫਾਲਤੂ ਹੈ, ਇਹਦਾ ਫਾਇਦਾ ਤਾਂ ਇਹਦਾ ਵੀ ਕੋਈ ਨਹੀਂ। ਫਾਇਦਾ ਫੂਦਾ ਕਿਸੇ ਦੇ ਬੱਚੇ ਦਾ ਕੋਈ ਨਹੀਂ, ਐਵੇਂ ਭੁਲੇਖਾ ਮਾਂ ਪਿਓ ਨੂੰ। ਇਹ ਨਿਰੀ ਸਿਰਦਰਦੀ ਨੇ, ਇਹ ਵੱਡੇ ਹੋ ਕੇ ਸਿਰਦਰਦੀ ਹੁੰਦੇ ਨੇ। 10% ਬੱਚਿਆਂ ਤੋਂ ਮੇਰਾ 90% ਮਾਂ ਪਿਓ ਦੀ ਸਿਰਦਰਦੀ ਨੇ। ਮੈਂ ਹੱਸਦਾ ਹੋਇਆ ਕਹਿਣਾ, ਮੈਂ ਜਦੋਂ ਤੁਹਾਡਾ ਵਿਆਹ ਹੋ ਗਿਆ ਸਮਝੋ ਤੁਹਾਡਾ ਪਹਿਲਾ ਨਰਕ ਸ਼ੁਰੂ ਹੋ ਗਿਆ। ਇੱਕ ਜਵਾਕ ਹੋ ਗਿਆ, ਹੁਣ ਦੂਜਾ ਨਰਕ ਸ਼ੁਰੂ ਹੋ ਗਿਆ, ਦੂਜਾ ਜਵਾਕ ਹੋ ਗਿਆ, ਤੀਜਾ ਨਰਕ ਸ਼ੁਰੂ ਹੋ ਗਿਆ। ਜੇ ਤੁਸੀਂ 3 ਜੰਮ ਲਏ ਤਾਂ 4 ਨਰਕ ਤੁਹਾਡੇ ਸ਼ੁਰੂ ਹੋ ਗਏ ਨੇ। ਇਹ ਤੁਸੀਂ ਇੱਕ ਭੋਗਣੀ ਔਖਾ, ਤੁਹਾਨੂੰ 4 ਭੋਗਣੇ ਪੈਣਗੇ। ਕਿਉਂ ਨੇ? ਇਹਨਾਂ ਦਾ ਫਾਇਦਾ ਹੀ ਕੋਈ ਨਹੀਂ ਰਿਹਾ। ਕੁੜੀ ਆਪਣੀ ਮਰਜ਼ੀ ਕਰਦੀ ਹੈ, ਮੁੰਡਾ ਆਪਣੀ ਮਰਜ਼ੀ ਕਰਦੇ ਨੇ, ਕੰਮ ਕੋਈ ਨਹੀਂ ਕਰਦੇ, ਲੜਾਈਆਂ ਝਗੜੇ ਕਰਦੇ ਨੇ, ਮਾਂ ਬਾਪ ਛਡਾਉਂਦੇ ਨੇ ਹੁਣ ਥਾਣੇ ਜਾ ਕੇ। ਪਤਾ ਵੀ ਸਾਡੇ ਮੁੰਡੇ ਦਾ ਕਸੂਰ ਹੈ, ਫਿਰ ਵੀ ਅਸੀਂ ਛਡਾਉਂਦੇ ਫਿਰਦੇ ਨੇ। ਹਾਂਜੀ, ਕੋਈ ਨਸ਼ੇ ਕਰਨ ਲੱਗ ਪਿਆ ਹੈ, ਕੋਈ ਅੱਗੋਂ ਬੋਲਦਾ ਹੈ, ਕੋਈ ਖਰਚੀਲਾ ਹੈ, ਕੋਈ ਪੜ੍ਹਾਈ ਨਹੀਂ ਕਰਦਾ ਹੈ। ਸਿਰ ਦਰਦੀ ਨਿਰੀ ਹੋ ਗਏ ਨੇ ਅੱਜ ਕੱਲ੍ਹ। ਨਾ ਇਹਨਾਂ ਬਿਨਾਂ ਸਰਦਾ, ਇਹ ਵੀ ਹੈ। ਇਹਨਾਂ ਬਿਨਾਂ ਸਰਦਾ ਵੀ ਨਹੀਂ ਹੈ। ਸੋ ਇਸ ਲਈ ਚਲੋ ਜਿਵੇਂ ਚੱਲਦਾ ਚਲਾ ਚਲੂ ਲਿਓ। ਕਬੀਰ ਹਰਿ ਕਾ ਸਿਮਰਨ ਛੱਡ ਕੇ ਪਾਲਿਓ ਬਹੁਤ ਕੁਟੰਬ। ਹਰੀ ਦਾ ਸਿਮਰਨ ਤੇ ਕੀਤਾ ਨਹੀਂ, ਟੱਬਰ ਨੂੰ ਪਾਲਦਾ ਰਿਹਾ, ਧੰਦਾ ਕਰਤਾ ਰਹਿ ਗਿਆ। ਇਹ ਸੰਸਾਰਕ ਕੰਮ ਕਰਦਾ ਕਰਦਾ ਹੀ ਮਰ ਗਿਆ, ਰਹਿ ਗਿਆ, ਮਰ ਗਿਆ। ਭਾਈ ਰਿਹਾ ਨਾ ਬੰਦ, ਨਾ ਕਿਸੇ ਭਰਾ ਨੇ ਖੀਰ 'ਤੇ ਮਦਦ ਕੀਤੀ। ਅਤੇ ਬੰਦ ਹੁੰਦਾ, ਬੰਧੂ ਹੁੰਦਾ ਰਿਸ਼ਤੇਦਾਰ, ਅਤੇ ਨਾ ਕਿਸੇ ਰਿਸ਼ਤੇਦਾਰ। ਕਿਉਂ? ਮਰਨ ਤੋਂ ਬਾਅਦ ਕਿਸੇ ਨੇ ਵੀ ਸਹਾਇਤਾ ਨਹੀਂ ਕਰਨੀ। ਨਾਮ ਜਪਿਆ ਨਹੀਂ, ਫਿਰ ਹੁਣ ਜਮਦੂਤਾਂ ਦੇ ਛਿੱਤਰ ਪੀਂਦੇ ਨੇ। ਉੱਥੇ ਨਾ ਕੋਈ ਭਰਾ ਸਹਾਇਤਾ ਕਰ ਸਕਦਾ, ਨਾ ਕੋਈ ਰਿਸ਼ਤੇਦਾਰ ਕਰ ਸਕਦਾ ਹੈ। ਬਸ ਪਰਿਵਾਰ ਪਾਲਣ 'ਤੇ ਰਿਹਾ। ਜਿਸ ਕੰਮ ਲਈ ਆਇਆ ਸੀ ਉਹ ਕੀਤਾ ਹੀ ਨਹੀਂ। ਗੁਰੂ ਨਾਨਕ ਦੇਵ ਨੂੰ ਕਿਉਂ ਥੱਪੜ ਪਏ? ਉਹਨਾਂ ਨੂੰ ਕਿਹਾ ਪਿਤਾ ਨੇ ਜਾ 20 ਰੁਪਏ ਦਾ ਸੌਦਾ ਖਰੀਦ ਕੇ ਲਿਆ ਦੁਕਾਨ ਲਈ ਹੱਟੀ, ਉਹ ਰਾਜ ਸਾਧੂਆਂ ਨੂੰ ਖਵਾਏ, ਸਾਧੂ ਨੂੰ ਖਵਾਏ। ਠੀਕ ਹੈ, ਸਾਡੀ ਗੁਰੂ ਨਾਨਕ ਦੇਵ ਨੇ ਹਮਦਰਦੀ ਹੋਣਾ ਕਹਿੰਦੇ ਅਸੀਂ ਨਹੀਂ ਬਾਪ ਨੇ ਬਹੁਤ ਮਾੜਾ ਕੀਤਾ। ਨਹੀਂ, ਬਾਪ ਨੇ ਠੀਕ ਕੀਤਾ। ਬਈ ਜਿਸ ਕੰਮ ਲਈ ਪੁੱਤਰ ਨੂੰ ਭੇਜਿਆ ਸੀ, ਪੁੱਤਰ ਉਹ ਕੰਮ ਹੀ ਨਹੀਂ ਕਰਕੇ ਆਇਆ, ਤਾਂ ਬਾਪ ਨੇ ਤਾਂ ਨਾਰਾਜ਼ ਹੋਣਾ ਹੀ ਹੋਣਾ ਸੀ। ਪਰਮਾਤਮਾ ਕਹਿੰਦਾ ਮੈਂ ਤੁਹਾਨੂੰ ਭਜਨ ਬੰਦਗੀ ਲਈ ਇਸ ਸੰਸਾਰ 'ਤੇ ਭੇਜਿਆ, ਅਤੇ ਉਹੀ ਤੁਸੀਂ ਕੀਤੀ ਨਹੀਂ, ਤਾਂ ਫਿਰ ਛਿੱਤਰ ਖਾਣੇ ਹੀ ਖਾਣੇ ਨੇ ਨਾ। ਫਿਰ ਭਾਵੇਂ ਕੋਈ ਹੋਵੇ, ਜਿਹੜਾ ਬਾਪ ਦੇ ਆਖੇ ਨਹੀਂ ਲੱਗੇਗਾ ਫਿਰ ਬਾਪ ਦਾ ਨਾਰਾਜ਼ ਹੋਵੇਗਾ ਹੀ ਹੋਵੇਗਾ ਉਹਦੇ ਨਾਲ, ਭਾਵੇਂ ਬਾਪ ਨੇ ਠੀਕ ਕਿਹਾ ਚਾਹੇ ਗਲਤ ਕਿਹਾ। ਪਰਮਾਤਮਾ ਕਹਿੰਦਾ ਮੈਂ ਤੁਹਾਨੂੰ ਮਨੁੱਖਾ ਜੀਵਨ ਸਿਰਫ ਅਤੇ ਸਿਰਫ ਇਸ ਲਈ ਦਿੱਤਾ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਹਿ ਤੂੰ ਮੇਰਾ ਨਾਮ ਜਪਣਾ, ਮੈਂ ਤੈਨੂੰ ਨਾਮ ਜਪਣ ਲਈ ਭੇਜ ਰਿਹਾ। ਅਤੇ ਜਦੋਂ ਅਸੀਂ ਨਾਮ ਨਹੀਂ ਜਪਾਂਗੇ, ਹੋਰ ਕੰਮ ਕਰਦੇ, ਫਿਰ ਸਾਡਾ ਕੁਟਾਪਾ ਹੋਣਾ ਹੀ ਹੋਣਾ, ਹੋਣਾ ਹੀ ਹੋਣਾ। ਕਿਉਂਕਿ ਜਿਸ ਕੰਮ ਸਾਨੂੰ ਭੇਜਿਆ ਸੀ ਉਹ ਅਸੀਂ ਕਰਕੇ ਨਹੀਂ ਚੱਲੇ। ਤਾਂ ਫਿਰ ਕਬੀਰ ਸਾਹਿਬ ਕਹਿੰਦੇ ਨੇ, ਫਿਰ ਅਖੀਰ 'ਤੇ ਨਾ ਕਿਸੇ ਭਰਾ ਨੇ, ਨਾ ਕਿਸੇ ਰਿਸ਼ਤੇਦਾਰ ਨੇ, ਕਿਸੇ ਨੇ ਕੰਮ ਨਹੀਂ ਆਉਣਾ ਹੈਗਾ। ਕਿਉਂ? ਟੱਬਰ ਪਾਲਦਾ ਰਿਹਾ, ਸਿਮਰਨ ਕੀਤਾ ਹੀ ਨਹੀਂ। ਇਸ ਲਈ ਅਸੀਂ ਸਿੱਖ ਨੇ ਪਰਿਵਾਰ ਵੀ ਪਾਲਣਾ, ਪਰ ਨਾਲ ਭਜਨ ਬੰਦਗੀ ਜ਼ਰੂਰ ਕਰਨੀ ਹੈ। ਇਸ ਲਈ ਗੁਰੂ ਮਹਾਰਾਜ ਨੇ ਸਾਨੂੰ ਕਿਹਾ ਕਿਰਤ ਕਰੋ, ਉਹਦੇ ਨਾਲ ਤਾਂ ਆਪਣਾ ਪਰਿਵਾਰ ਪਾਲੋ, ਨਾਮ ਜਪੋ, ਨਾਲ ਨਾਮ ਜਪਣ ਨੂੰ ਵੀ ਕਿਹਾ। ਅਤੇ ਜੇ ਤੁਹਾਡੇ ਕੋਲ ਭਾਈ ਥੋੜ੍ਹਾ ਬਹੁਤਾ ਪੈਸਾ ਹੈ ਕਿ ਉਹਦੀ ਮਦਦ ਕਰ ਲਈ, ਉਹਦੀ ਸਹਾਇਤਾ ਵੰਡ ਛਕੋ, ਉਹਦੀ ਸਹਾਇਤਾ ਕਰੋ। ਸੋ ਇਸ ਲਈ ਅਸੀਂ ਕੋਸ਼ਿਸ਼ ਕਰਨੀ ਹੈ। ਕਥਾ ਵਾਰਤਾ ਦਾ ਮਤਲਬ ਆਹੀ ਹੈ ਕਿ ਸਾਨੂੰ ਕਬੀਰ ਸਾਹਿਬ ਕੀ ਕਹਿੰਦੇ ਨੇ ਉਹ ਚੰਗੀ ਤਰ੍ਹਾਂ ਸਮਝ ਆ ਜਾਏ, ਅਤੇ ਅਸੀਂ ਜ਼ਰੂਰ ਕੋਸ਼ਿਸ਼ ਕਰੀਏ ਕਿ ਜਿਵੇਂ ਕਬੀਰ ਸਾਹਿਬ ਕਹਿੰਦੇ ਉਵੇਂ ਕਰੀਏ, ਤਾਂ ਜੋ ਪਰਮਾਤਮਾ ਦੀ ਸਾਡੇ 'ਤੇ ਕਿਰਪਾ ਹੋ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ, ਇੱਕ ਬੇਨਤੀ ਹੈ। ਹੁਣ ਸਰਦੀਆਂ ਆ ਗਈਆਂ ਨੇ, ਮੌਸਮ ਬਦਲ ਗਿਆ ਹੈ।
1 ਤਰੀਕ ਤੋਂ 1 ਨਵੰਬਰ ਤੋਂ ਕਥਾ ਦਾ ਸਮਾਂ ਹੋਏਗਾ 7 ਵਜੇ ਤੋਂ ਲੈ ਕੇ 8 ਵਜੇ ਤੱਕ। ਹੁਣ ਹੈਗਾ 7:15 ਤੋਂ ਲੈ ਕੇ 8:15 ਤੱਕ। ਫਿਰ ਟਾਈਮ ਹੋ ਜਾਏਗਾ 1 ਤਰੀਕ ਤੋਂ 7 ਵਜੇ ਤੋਂ ਲੈ ਕੇ 8 ਵਜੇ ਤੱਕ। ਆਪ ਜੀ ਨੇ ਯਾਦ ਰੱਖਣਾ। 1 ਤਰੀਕ ਤੋਂ ਫਿਰ ਆਪਣਾ ਜਿਹੜਾ ਹੈ ਮੋਬਾਈਲ 7 ਵਜੇ ਔਨ ਕਰ ਲਿਆ ਕਰਨੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।